ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਡੰਡਾਉਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਤੀਜਾ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਪਾਣੇ ਵਿੱਚ ਆਵੈ। ਆਪਣੇ ਪਾਣੈ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਪਾਣੇ ਵਿੱਚ ਆਵੈ। ਆਪਣੇ ਪਾਣੈ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਬਿਨ ਸਤਿਗੁਰ ਸੁਖ ਕਦੇ ਨ ਪਾਵੈ ਭਾਈ, ਫਿਰ ਫਿਰ ਪਛੋਤਾਵੈ। ਹਰ ਕੇ ਦਾਸ ਸੁਹੇਲੇ ਭਾਈ, ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ। ਆਪੇ ਮੇਲ ਮਲਾਈ ਰਹਾਉ, ਏ ਕੁਟੰਬ ਸਭ ਜੀ ਕੇ ਬੰਧਨ ਪਾਈ। ਭਰਮ ਭੁਲਾਸੈ ਸਾਰਾ, ਬਿਨ ਗੁਰ ਬੰਧਨ ਟੂਟੈ ਨਾਹੀ। ਗੁਰਮੁਖ ਮੋਖ ਦੁਆਰਾ, ਕਰਮ ਕਰਹਿ ਗੁਰ ਸ਼ਬਦ ਨਾ ਪਛਾਣੈ। ਮਰ ਜਨਮਹਿ ਬਾਰੋ ਬਾਰਾ, ਹਉ ਮੇਰਾ ਜਗ ਪਲਚ ਰਹਿਆ ਭਾਈ। ਕੋਇ ਨ ਕਿਸਹੀ ਕੇਰਾ, ਗੁਰਮੁਖ ਮਹਿਲ ਪਾਇਨ ਗੁਣ ਗਾਵਨ। ਨਿਜ ਕਰ ਹੋਏ ਬਸੇਰਾ, ਇੱਥੇ ਬੂਝੈ ਸੋ ਆਪ ਪਛਾਣੈ। ਹਰ ਪ੍ਰਭ ਹੈ ਤਿਸ ਕੇਰਾ, ਸਤਿਗੁਰੂ ਸਦਾ ਦਇਆਲ ਹੈ ਭਾਈ। ਬਿਨ ਭਾਗਾ ਕਿਆ ਪਾਈਐ, ਏਕ ਨਦਰ ਕਰ ਵੇਖੈ ਸਭ ਉਪਰ।
जेहा भाओ तेहा फल पाइयै। नानक नाम बसै मन अंतर, बिचों आप गवाइयै। नानक नाम बसै मन अंतर, बिचों आप गवाइयै। परम सत्कारयोग गुरु रूप गुरु प्यारी साध संगत जीओ। सतगुਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਆਪਾਂ ਨੂੰ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਸਤ ਸੰਗ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਸਤਿਗੁਰਾਂ ਦੀ ਬਾਣੀ ਦਾ ਫਰਮਾਨ ਆ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜਾ ਜੀਓ। ਬਿਨਾਂ ਕਰਮਾਂ ਤੋਂ ਬਿਨਾਂ ਭਾਗਾਂ ਤੋਂ ਮਨੁੱਖ ਨੂੰ ਸਤ ਸੰਗ ਦੀ ਪ੍ਰਾਪਤੀ ਨਹੀਂ ਹੁੰਦੀ, ਤੇ ਸਤ ਸੰਗਤ ਦੀ ਪ੍ਰਾਪਤੀ ਤੋਂ ਬਿਨਾਂ ਮਨੁੱਖ ਦੇ ਮਨ ਨੂੰ ਮੈਲ ਲੱਗਦੀ ਜਾਂਦੀ ਹੈ, ਤੇ ਪ੍ਰਮਾਤਮਾ ਤੋਂ ਇਸ ਜੀਵ ਦੀ ਪਈ ਹੋਈ ਦੂਰੀ ਵੱਧਦੀ ਜਾਂਦੀ ਹੈ। ਅੰਦਰ ਦੀ ਮੈਲ ਖਤਮ ਕਰਨ ਦਾ, ਪ੍ਰਮਾਤਮਾ ਤੋਂ ਪਈ ਹੋਈ ਦੂਰੀ ਨੂੰ ਖਤਮ ਕਰਨ ਦਾ ਇੱਕੋ ਇੱਕ ਤਰੀਕਾ ਹੈ, ਮਨੁੱਖ ਸਤ ਸੰਗ ਕਰੇ, ਗੁਰੂ ਦੇ ਗਿਆਨ ਨੂੰ ਸਰਵਣ ਕਰੇ। ਸੁਣਿਆਂ ਦੀਆਂ 4 ਪੌੜੀਆਂ ਜਪਜੀ ਸਾਹਿਬ ਜੀ ਦੇ ਵਿੱਚ ਆਪਾਂ ਪੜ੍ਹਦੇ ਹਾਂ। ਸੁਣ ਕੇ ਫਿਰ ਮੰਨਣਾ ਅਗਲੀ ਅਵਸਥਾ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਅੰਦਰ ਹੀ ਭਾਈ ਤੇਰੇ ਤੀਰਥ ਬਣ ਜਾਵੇਗਾ, ਤੇ ਮਲ ਮਲ ਕੇ ਇਸ਼ਨਾਨ ਕਰੀ ਜਾਈ, ਤੇਰਾ ਮਨ ਸਾਫ ਹੋ ਜਾਵੇਗਾ। ਸੋ ਆਪਾਂ ਕੋਈ ਪਿਛਲਾ ਭਾਗ ਉਦੇ ਹੋਇਆ, ਕੋਈ ਕਰਮ ਅੰਕਰ ਪ੍ਰਗਟਿਆ ਕਿ ਆਪਾਂ ਨੂੰ ਰਜਿੰਦਰ ਸਿੰਘ ਫੌਜੀ ਅਤੇ ਸਮੂਹ ਪਰਿਵਾਰ ਵੱਲੋਂ ਉਦਮ ਉਪਰਾਲਾ ਕੀਤਾ ਗਿਆ। ਸਤਿਗੁਰਾਂ ਦੀ ਅਗੰਮੀ ਇਲਾਹੀ ਬਾਣੀ ਦਾ ਪਾਠ ਇਹਨਾਂ ਬੱਚਿਆਂ ਨੇ ਆਪ ਕੀਤਾ। ਦੋਨੋਂ ਭਰਾ ਤੇ ਭੈਣ, ਬੱਚੀ ਸਾਡੀ ਬੇਟੀ ਹਰਪਾਲ ਕੌਰ, ਕਿਉਂਕਿ ਤਿੰਨਾਂ ਬੱਚਿਆਂ ਨੇ ਸੰਥਿਆ ਕੀਤੀ ਹੋਈ ਆ। ਇਸ ਕਰਕੇ ਬੜੀ ਹੀ ਖੁਸ਼ੀ ਦੀ ਗੱਲ ਆ ਕਿ ਇਹਨਾਂ ਬੱਚਿਆਂ ਨੇ ਆਪ ਜਿਹੜਾ ਹੈ ਸਹਿਜ ਪਾਠ ਕਰਨਾ ਆਰੰਭ ਕੀਤਾ ਹੈ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਆਪਾਂ ਸ਼ਬਦ ਦੀ ਵਿਚਾਰ ਨਾਲ ਦੀ ਨਾਲ ਕਰਾਂਗੇ, ਸਮਝਾਂਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਕੀ ਸਮਝਾਉਣਾ ਚਾਹੁੰਦੇ ਹਨ। ਆਓ ਮਨ ਬਿਰਤੀਆਂ ਬਿਲਕੁਲ ਇਕਾਗਰ ਕਰਕੇ ਸਰਵਣ ਕਰੀਏ ਜੀ। ਸੋਰਠ ਮਹੱਲਾ ਤੀਜਾ। ਸੋਰਠ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਹੈ। ਸਤਿਗੁਰੂ ਸੱਚੇ ਪਾਤਸ਼ਾਹ ਆਪਾਂ ਨੂੰ ਸਿੱਖ ਦੀ ਪਰਿਭਾਸ਼ਾ ਸਮਝਾਉਣਗੇ ਕਿ ਸਿੱਖ ਕੀ ਹੁੰਦਾ, ਕਿਹਨੂੰ ਸਿੱਖ ਕਿਹਾ ਜਾਂਦਾ। ਕਿਉਂਕਿ ਗੁਰਮੁਖ ਪਿਆਰਿਓ, ਸਿੱਖ ਧਰਮ ਆ ਜਿਹੜਾ ਇਹ 1469 ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸ਼ੁਰੂ ਕੀਤਾ। ਉਸ ਤੋਂ ਪਹਿਲਾਂ ਜਿਹੜੇ 2 ਧਰਮ ਮਸ਼ਹੂਰ ਸੀ, ਇੱਕ ਹਿੰਦੂ ਧਰਮ ਤੇ ਇੱਕ ਸੀ ਮੁਸਲਮਾਨ ਧਰਮ, ਤੀਜਾ ਵਿੱਚ ਸੀ ਜੋਗੀਆਂ ਦਾ ਤਬਕਾ। ਇਹ ਤਿੰਨਾਂ ਦਾ ਬੋਲਬਾਲਾ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਪਹਿਲਾਂ। ਤੇ ਬੜੀ ਹੀ ਲੁੱਟ ਖਸੁੱਟ ਜਿਹੜੀ ਆਮ ਲੋਕਾਂ ਦੀ, ਆਮ ਜਨਤਾ ਦੀ ਕੀਤੀ ਜਾਂਦੀ ਸੀ, ਕਿਉਂਕਿ ਪੜ੍ਹਨ ਲਿਖਣ ਦਾ ਅਧਿਕਾਰ ਬ੍ਰਾਹਮਣ ਨੇ ਆਪਣੇ ਕੋਲ ਹੀ ਰੱਖਿਆ ਹੋਇਆ ਸੀ, ਅਤੇ ਇਸ ਮਾਨਵਤਾ ਨੂੰ 4 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਸੀ। ਪੁਜਾਰੀ ਨੇ, ਬ੍ਰਾਹਮਣ ਨੇ,
ਪਹਿਲਾ ਹਿੱਸਾ ਸੀ ਉੱਪਰ ਟੌਪ ਦਾ ਹਿੱਸਾ ਬ੍ਰਾਹਮਣ, ਦੂਜਾ ਸੀ ਕਸ਼ੱਤਰੀ, ਤੀਜਾ ਸੀ ਬੈਸ ਤੇ ਚੌਥੇ ਸੀ ਸ਼ੂਦਰ। ਜਿਹੜੇ ਬ੍ਰਾਹਮਣ ਸੀ ਉਹ ਬਿਲਕੁਲ ਵਿਹਲੇ ਸੀ ਤੇ ਨੇਕ ਕਲੰਕ ਕਹੇ ਜਾਂਦੇ ਸੀ। ਕੁਝ ਵੀ ਬੁਰਾ ਭਲਾ ਕੰਮ ਕਰਨ ਇਹਨਾਂ ਨੂੰ ਪਾਪ ਨਹੀਂ ਲੱਗਦਾ, ਕਿਉਂਕਿ ਬ੍ਰਹਮਾ ਦੇ ਮੁਖ ਦੇ ਵਿੱਚੋਂ ਪੈਦਾ ਹੋਏ ਆ। ਇਹ ਪ੍ਰਚਾਰ ਕੀਤਾ ਗਿਆ ਸੀ। ਦੂਜਾ ਸੀ ਜਿਹੜਾ ਤਬਕਾ ਉਹ ਮੁਸਲਮਾਨ ਭਰਾਵਾਂ ਦਾ ਸੀਗਾ ਤੇ ਤੀਜਾ ਜੋਗੀਆਂ ਦਾ। ਇਹ ਬ੍ਰਾਹਮਣ ਆਪ ਉੱਚੇ ਬੈਠੇ ਸੀ। ਦੂਜੇ ਨੰਬਰ 'ਤੇ ਫਿਰ ਇਹਨਾਂ ਦੀ ਰੱਖਿਆ ਦੇ ਵਾਸਤੇ ਵੀ ਕੋਈ ਨਾ ਕੋਈ ਚਾਹੀਦਾ ਸੀਗਾ। ਫਿਰ ਇਹਨਾਂ ਨੇ ਕਸ਼ੱਤਰੀ ਪੈਦਾ ਕੀਤੇ, ਜਿਨ੍ਹਾਂ ਦਾ ਕਿਹਾ ਧਰਮ ਤੁਸੀਂ ਲੜਨਾ ਭਿੜਨਾ ਹੀ ਆ, ਬਸ ਤੁਹਾਡਾ ਧਰਮ ਇਹੀ ਆ, ਤੁਸੀਂ ਸਾਡੀ ਰੱਖਿਆ ਕਰਨੀ ਆ। ਬ੍ਰਾਹਮਣ ਨੇ ਆਪਣੇ ਬਾਡੀਗਾਰਡ ਪੈਦਾ ਕਰ ਲਏ, ਐਂ ਕਹਿ ਲਈਏ। ਤੇ ਉਸ ਤੋਂ ਅੱਗੇ ਤੀਜਾ ਤਬਕਾ ਸੀ ਬੈਸ਼, ਕਿਉਂਕਿ ਬਾਡੀਗਾਰਡ ਵੀ ਬਣ ਗਏ, ਬ੍ਰਾਹਮਣ ਵੀ ਬਹਿ ਗਿਆ ਤੇ ਉਹਦੇ ਆਲੇ ਦੁਆਲੇ ਪਹਿਰਾ ਵੀ ਲੱਗ ਗਿਆ। ਤੇ ਹੁਣ ਖਾਣਗੇ ਕਿੱਥੋਂ? ਤੀਜਾ ਤਬਕਾ ਪੈਦਾ ਕੀਤਾ ਬ੍ਰਾਹਮਣ ਨੇ, ਬੈਸ਼, ਵੀ ਤੁਹਾਡਾ ਧਰਮ ਆ, ਰੱਬ ਨੇ ਤੁਹਾਨੂੰ ਭੇਜਿਆ ਖੇਤੀਬਾੜੀ ਕਰਨ ਵਾਸਤੇ, ਲੋਕਾਂ ਦੇ ਢਿੱਡ ਭਰਨ ਵਾਸਤੇ। ਤੇ ਇਸ ਤਰ੍ਹਾਂ ਕਹਿ ਕੇ ਗੁੰਮਰਾਹ ਕੀਤਾ ਸੀ, ਜਿਹਦੇ ਵਿੱਚ ਅਸੀਂ ਜੱਟ ਲੋਕ ਵੀ ਆ ਜਾਂਦੇ ਸੀ। ਤੇ ਚੌਥਾ ਤਬਕਾ ਸੀ ਸ਼ੂਦਰ, ਕਿਉਂਕਿ ਬ੍ਰਾਹਮਣ ਵੀ ਪੈਦਾ ਹੋ ਗਿਆ, ਉਹਦੇ ਬੋਡੀਗਾਰਡ ਵੀ ਬਣ ਗਏ ਤੇ ਅਨਾਜ ਵੀ ਮਿਲਣ ਲੱਗ ਗਿਆ। ਫਿਰ ਉਹਨਾਂ ਦੀ ਜਿਹੜੀ ਆ ਮੁੱਠੀ ਚਾਪੀ ਕਰਨ ਵਾਸਤੇ, ਸੇਵਾ ਕਰਨ ਵਾਸਤੇ ਇਹਨਾਂ ਨੇ ਸ਼ੂਦਰ ਪੈਦਾ ਕੀਤੇ। ਸੀ ਮਨੁੱਖੀ, ਪਰ ਇਹਨਾਂ ਨੇ ਉਹਨਾਂ ਨੂੰ ਇੰਨਾ ਲਤਾੜਿਆ, ਇੰਨਾ ਜਾਣੀ ਬੁਰਾ ਹਾਲ ਕਰ ਦਿੱਤਾ ਕਿ ਇੱਥੋਂ ਤੱਕ ਕਿਹਾ ਜਾਂਦਾ ਕਿ ਸ਼ੂਦਰ ਲੋਕ ਆ ਗਲ ਦੇ ਵਿੱਚ ਟੱਲੀ ਬੰਨ੍ਹ ਕੇ ਲੰਘਦੇ ਸੀ, ਕਿਤੇ ਸਾਡਾ ਪਰਛਾਵਾਂ ਜਿਹੜਾ ਬ੍ਰਾਹਮਣ 'ਤੇ ਪੈ ਨਾ ਜਾਵੇ। ਇੱਦਾਂ ਦੀ ਹਾਲਤ ਆ ਜਿਹੜੀ ਇਹ ਸਾਡੇ ਭਾਰਤ ਦੀ ਰਹੀ। ਭਾਰਤ ਸੋਨੇ ਦੀ ਚਿੜੀ ਸੀ, ਇਹਨੂੰ ਬਹੁਤ ਵਿਦੇਸ਼ੀ ਲੋਕਾਂ ਨੇ, ਹਮਲਾਵਰਾਂ ਨੇ ਆ ਕੇ ਲੁੱਟਿਆ। ਤੇ ਗੁਰੂ ਨਾਨਕ ਬਾਬਾ ਸੱਚੇ ਪਾਤਸ਼ਾਹ ਜੀ ਨੇ ਆ ਕੇ 1469 ਦੇ ਵਿੱਚ ਜਿਹੜਾ ਬਾਬਰ ਹਿੰਦੁਸਤਾਨ ਦੇ ਉੱਪਰ ਜ਼ੁਲਮ ਕਰ ਰਿਹਾ ਸੀ, ਉਸ ਬਾਬਰ ਨੂੰ ਜਾਬਰ ਕਿਹਾ। ਤਕੜਾ ਹੋ ਕੇ ਮਰਦਾਵੀ ਆਵਾਜ਼ ਦੇ ਵਿੱਚ ਲਲਕਾਰਿਆ ਕਿ ਭਾਈ ਠੀਕ ਆ, ਮੰਨਦੇ ਆ ਤੇਰਾ ਰਾਜ ਆ, ਤੂੰ ਦੁਨੀਆ ਦਾ ਰਾਜਾ, ਤੇ ਪਰ ਤੂੰ ਆਮ ਲੋਕਾਂ 'ਤੇ ਜਿਹੜੇ ਜ਼ੁਲਮ ਕਰ ਰਿਹਾ ਇਹ ਤੇਰੇ ਵਾਸਤੇ ਠੀਕ ਨਹੀਂ। ਤੇ ਜਿਹੜੀਆਂ ਇਹ ਚਾਰ ਤੂੰ ਜਾਤਾਂ ਪਾਤਾਂ ਦੇ ਵਿੱਚ ਵੰਡ ਦਿੱਤੇ ਲੋਕ, ਗੁਰੂ ਨਾਨਕ ਬਾਬਾ ਜੀ ਕਹਿਣ ਲੱਗੇ ਇਹ ਵੀ ਗਲਤ ਆ ਭਾਈ, ਕਿਉਂਕਿ ਇੱਕ ਸ਼ੂਦਰ ਪੜ੍ਹ ਲਿਖ ਕੇ ਹੋ ਸਕਦਾ ਕਿੰਨਾ ਕੁ ਚੰਗਾ ਇਨਸਾਨ ਬਣ ਜਾਵੇ, ਉਹਦਾ ਤੂੰ ਮੌਕਾ ਹੀ ਖਤਮ ਕਰ ਦਿੱਤਾ। ਉਹਨੂੰ ਸਵਾਲ ਕਰਨ ਦਾ ਅਧਿਕਾਰ ਹੀ ਨਹੀਂ ਦਿੱਤਾ, ਕੁਝ ਪੜ੍ਹਨ ਲਿਖਣ ਦਾ ਅਧਿਕਾਰ ਨਹੀਂ ਦਿੱਤਾ। ਇਹ ਤੇਰੇ ਵਾਸਤੇ ਮਾੜੀ ਗੱਲ ਆ। ਗੁਰੂ ਨਾਨਕ ਬਾਬਾ ਜੀ ਨੇ ਇਹ ਆਵਾਜ਼ ਬੁਲੰਦ ਕੀਤੀ ਤੇ ਇਸ ਆਵਾਜ਼ ਦੇ ਬਦਲੇ ਬਾਬਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜੇਲ੍ਹ ਦੇ ਵਿੱਚ ਵੀ ਡੱਕ ਕੇ ਰੱਖਿਆ, ਚੱਕੀਆਂ ਵੀ ਪੀਸਣੀਆਂ ਪਈਆਂ। ਬਹੁਤ ਜ਼ਿਆਦਾ ਮਿਹਨਤ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕੀਤੀ। ਬਹੁਤ ਜਿਹੜੇ ਜਿਹਨੂੰ ਕਹਿ ਲਈਏ ਆਪਾਂ ਤੇਜ਼ ਤਰਾਰ ਦਿਮਾਗ ਦੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਬਾਬਾ ਜੀ ਸਨ। ਬਹੁਤ ਪੜ੍ਹੇ ਲਿਖੇ ਸਨ, ਹਰ ਗੱਲ ਨੂੰ ਸਮਝਦੇ ਸਨ। ਇਸੇ ਕਰਕੇ ਚਾਰੇ ਜਿਹੜੇ ਸੀ ਉਦਾਸੀਆਂ ਵੀ ਕਹਿ ਸਕਦੇ ਹਾਂ ਆਪਾਂ, ਪ੍ਰਚਾਰਕ ਦੌਰੇ ਵੀ ਕਹਿ ਸਕਦੇ ਹਾਂ, ਸਾਰੇ ਪਾਸੇ ਗੁਰੂ ਨਾਨਕ ਬਾਬਾ ਜੀ ਨੇ ਕੀਤੇ ਤੇ ਲੋਕਾਂ ਨੂੰ ਝੂਠ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਸੱਚ ਦਾ ਜਿਹੜਾ ਸੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਅੱਗੇ ਫਿਰ ਆਈ ਵਾਰੀ ਬਾਬਾ ਲਹਿਣਾ ਜੀ ਦੀ। ਬਾਬਾ ਲਹਿਣਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਵਿਚਾਰਧਾਰਾ ਦੇ ਨਾਲ ਜੁੜੇ। ਉਹੀ ਗਿਆਨ ਦੀ ਜੋਤ ਬਾਬਾ ਲਹਿਣਾ ਜੀ ਦੇ ਵਿੱਚ ਪ੍ਰਗਟ ਹੋ ਗਈ ਤੇ ਗੁਰੂ ਅੰਗਦ ਦੇਵ ਜੀ ਬਣੇ। ਭਾਵ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਅੰਗ ਦੇ ਨਾਲ ਲਾ ਲਿਆ, ਭਾਵ ਕਿ ਉਹੀ ਜੋਤ, ਉਹੀ ਗਿਆਨ ਧਿਆਨ, ਉਹੀ ਅੱਗੇ ਜਿਹੜਾ ਸੀ ਸੱਚ ਦਾ ਪ੍ਰਚਾਰ ਹੋਣ ਲੱਗਿਆ। ਦੂਜੇ ਪਾਤਸ਼ਾਹ ਤੋਂ ਬਾਅਦ ਫਿਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਸਮਾਂ ਆਇਆ। ਉਹਨਾਂ ਨੇ ਆਪਣੀ ਉਮਰ ਦੇ ਵਿੱਚ ਜਿੰਨਾ ਕਰ ਸਕਦੇ ਸੀ ਉਸ ਸਮੇਂ ਦੇ ਮੁਤਾਬਕ ਪ੍ਰਚਾਰ ਕੀਤਾ। ਫਿਰ ਚੌਥੇ ਪਾਤਸ਼ਾਹ ਜੀ ਦਾ ਸਮਾਂ ਆਇਆ। ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਜੀ ਦਾ ਜਦੋਂ ਸਮਾਂ ਆ ਗਿਆ, ਬਹੁਤ ਸਾਰੇ ਲੋਕ ਸਿੱਖ ਬਣਨੇ ਸ਼ੁਰੂ ਹੋ ਗਏ ਸੀ।
ਹਿੰਦੂਆਂ ਦੇ ਵਿੱਚੋਂ ਵੀ ਜਿਹੜੇ ਸਤਾਏ ਹੋਏ ਲਤਾੜੇ ਹੋਏ ਗਰੀਬ ਲੋਕ ਸੀ ਉਹ ਵੀ ਇੱਧਰਲੇ ਪਾਸੇ ਆਉਣੇ ਸ਼ੁਰੂ ਹੋ ਗਏ। ਮੁਸਲਮਾਨ ਵੀ ਗਰੀਬ ਸੀ ਜਿਹੜੇ ਇੱਧਰ ਆਉਣੇ ਸ਼ੁਰੂ ਹੋ ਗਏ। ਅਤੇ ਜਦੋਂ ਸੱਚ ਨੂੰ ਜਾਣਨਾ ਪਤਾ ਲੱਗ ਗਿਆ, ਸੱਚ ਨੂੰ ਜਾਣ ਗਏ ਤਾਂ ਏਕਤਾ ਹੋ ਗਈ ਸਾਰਿਆਂ ਦੀ, ਸਾਰੇ ਰਲ ਮਿਲ ਕੇ ਬੈਠਣ ਲੱਗ ਗਏ। ਅਤੇ ਫਿਰ ਜਿਹੜਾ ਸੀ ਬ੍ਰਾਹਮਣ ਤਬਕਾ, ਉਹਨਾਂ ਨੂੰ ਇਹ ਗੱਲ ਚੰਗੀ ਨਾ ਲੱਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ, ਪੰਜਵੇਂ ਪਾਤਸ਼ਾਹ ਜੀ ਨੂੰ ਸਾਰਿਆਂ ਨੇ ਇੱਕ ਜਾਗਦੀ ਜੋਤ ਨੂੰ ਬੁਝੇ ਹੋਏ ਦੀਵਿਆਂ ਨੇ ਧੱਕਾ ਕਰਕੇ ਤੱਤੀ ਤਵੀ 'ਤੇ ਬਹਾ ਕੇ ਸ਼ਹੀਦ ਕਰ ਦਿੱਤਾ। ਫਿਰ ਸਮਾਂ ਆਇਆ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਮੀਰੀ ਅਤੇ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ, ਜਿਨ੍ਹਾਂ ਨੇ ਕਿਹਾ ਬਈ ਇਹ ਹੱਦ ਆ ਜ਼ੁਲਮ ਦੀ, ਇਦੋਂ ਅੱਗੇ ਕੁਛ ਨਹੀਂ ਹੋ ਸਕਦਾ, ਕਿ ਸੱਚ ਬੋਲ ਹੀ ਨਹੀਂ ਸਕਦਾ ਬੰਦਾ, ਉਹਨੂੰ ਤੱਤੀ ਤਵੀ 'ਤੇ ਬਹਾ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਬਹੁਤ ਜ਼ੁਲਮ ਵਾਲੀ ਗੱਲ ਆ। ਫਿਰ 6ਵੇਂ ਪਾਤਸ਼ਾਹ ਜੀ ਨੇ ਇਹ 2 ਤਲਵਾਰਾਂ ਜਿਹੜੀਆਂ ਧਾਰਨ ਕੀਤੀਆਂ। ਕਿਉਂਕਿ 5ਵੇਂ ਪਾਤਸ਼ਾਹ ਤੱਕ ਸ਼ਾਂਤੀ ਰਹੀ। ਗੁਰਮੁਖ ਪਿਆਰਿਓ, ਇਹ ਜ਼ਰੂਰੀ ਆ ਆਤਮਿਕ ਰੱਖਿਆ ਕਰਨੀ, ਆਪਣੇ ਆਪ ਦੀ ਰੱਖਿਆ ਕਰਨੀ, ਇਹ ਵੀ ਜ਼ਰੂਰੀ ਆ। ਚਲੋ ਹੁਣ ਤਾਂ ਜਿਹੜਾ ਸਮਾਂ ਉਹ ਹੈਗਾ ਲੋਕਤੰਤਰ ਦਾ, ਉਸ ਸਮੇਂ ਤਾਂ ਡਿਕਟੇਟਰਸ਼ਿਪ ਸੀ। ਹੁਣ ਵੀ ਮਾੜੇ ਬੰਦੇ ਤੋਂ ਦੇਖੋ, ਇੱਕ ਉਦਾਹਰਨ ਲੈਂਦੇ ਹਾਂ ਆਪਾਂ। ਮੰਨ ਲਓ ਮੈਂ ਕਿਸੇ ਦੇ ਘਰੇ ਸਾਰੀ ਦਿਹਾੜੀ ਕੰਮ ਕੀਤਾ, ਮੈਂ ਮਿਸਤਰੀ ਹਾਂ ਕਾਸੇ ਦਾ, ਅਤੇ ਮੈਂ 500 ਰੁਪਈਆ ਮੰਨ ਲਓ ਅਗਲੇ ਤੋਂ ਲਿਆ, ਅਤੇ ਮੈਂ ਸਾਰੀ ਦਿਹਾੜੀ ਦੀ ਕਮਾਈ ਲੈ ਕੇ ਜਦੋਂ ਘਰ ਨੂੰ ਜਾਣ ਲੱਗਿਆ, ਅਤੇ ਰਾਹ ਦੇ ਵਿੱਚ ਮੈਨੂੰ ਇੱਕ ਬੰਦੇ ਨੇ ਘੇਰ ਲਿਆ ਅਤੇ ਮੇਰੇ 2 ਮਾਰੇ ਥੱਪੜ, ਅਤੇ ਮੇਰੇ ਤੋਂ 500 ਰੁਪਈਆ ਖੋਹ ਲਿਆ। ਸਾਰੇ ਦਿਨ ਦੀ ਮਿਹਨਤ ਮੇਰੀ ਅਜਾਈ ਗਈ, ਮੈਂ ਮੁਕਾਬਲਾ ਨਹੀਂ ਕਰ ਸਕਿਆ। 6ਵੇਂ ਪਾਤਸ਼ਾਹ ਜੀ ਨੇ ਫਿਰ ਇੱਥੇ ਆ ਕੇ ਮੁਕਾਬਲਾ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ, ਕਿ ਅਸੀਂ ਆਪਣੀ ਮਿਹਨਤ ਦੀ ਕਮਾਈ ਇਸ ਤਰ੍ਹਾਂ ਅਜਾਈ ਨਹੀਂ ਜਾਣ ਦਿਆਂਗੇ। ਅਸੀਂ ਵੀ ਜੱਗ 'ਤੇ ਆਏ ਹਾਂ, ਉਹ ਅਕਾਲ ਪੁਰਖ ਪਰਮਾਤਮਾ ਸਰਬ ਵਿਆਪਕ ਇੱਕ ਜੋਤ ਆ। ਜੇ ਸਭ ਨੂੰ, ਜੇ ਤੁਹਾਨੂੰ ਵੱਡਿਆਂ ਨੂੰ, ਉੱਪਰਲਿਆਂ ਨੂੰ, ਰਾਜਿਆਂ ਮਹਾਰਾਜਿਆਂ ਨੂੰ, ਬ੍ਰਾਹਮਣਾਂ ਨੂੰ ਜਿਉਣ ਦਾ ਵਧੀਆ ਢੰਗ ਨਾਲ ਹੱਕ ਆ, ਤਾਂ ਇਹ ਜਿਹੜੇ ਗਰੀਬ ਆ, ਸ਼ੂਦਰ ਆ, ਇਹ ਵੀ ਪਰਮਾਤਮਾ ਦੇ ਧੱਕੇ ਹੋਏ ਨਹੀਂ, ਇਹ ਵੀ ਵਧੀਆ ਜ਼ਿੰਦਗੀ ਆਪਣੀ ਜਿਉਣ। ਫਿਰ ਇਹ 6ਵੇਂ ਪਾਤਸ਼ਾਹ ਜੀ ਨੇ ਇਹ ਜੰਗ 4 ਕੀਤੇ ਅਤੇ 4 ਜਿੱਤੇ। ਉਸ ਤੋਂ ਬਾਅਦ 7ਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ। 2200 ਘੋੜ ਸਵਾਰ ਸਤਿਗੁਰਾਂ ਦੇ ਨਾਲ ਰਹਿੰਦੇ ਸਨ, ਉਹ ਵੀ ਸਮਾਂ ਚੱਲਿਆ ਗਿਆ। ਫਿਰ 8ਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ, ਅਤੇ 8ਵੇਂ ਪਾਤਸ਼ਾਹ ਜੀ ਬਚਪਨ ਦੇ ਵਿੱਚ ਹੀ ਜਿਹੜੇ ਸੀ ਆਪਣੇ ਪਰਲੋਕ ਗਮਨ ਕਰ ਗਏ ਸੀ, ਸੱਚਖੰਡ ਜਾ ਬਰਾਜੇ ਸੀ, ਅਤੇ ਜਾਂਦੇ ਹੋਏ ਕਹਿ ਗਏ ਸੀ ਬਾਬਾ ਬਕਾਲੇ, ਅਤੇ ਸਿਰਫ ਇੰਨਾ ਹੀ ਸ਼ਬਦ ਸੀ, ਬਾਬਾ ਬਕਾਲੇ। ਜਦੋਂ ਧੀਰ ਮੱਲੀਆਂ ਨੇ ਦੇਖਿਆ, ਉਹਨਾਂ ਨੂੰ ਪਤਾ ਲੱਗਿਆ, ਅਤੇ ਉਹਨਾਂ ਨੇ ਤਕਰੀਬਨ 22-23 ਮੰਜੀਆਂ ਗੱਦੀਆਂ ਉੱਥੇ ਲਾ ਦਿੱਤੀਆਂ, ਕਿ ਭੁਲੇਖਾ ਪੈ ਜਾਵੇ ਸਿੱਖਾਂ ਨੂੰ ਕਿ ਅਸੀਂ ਗੁਰੂ ਹਾਂ, ਅਸੀਂ ਗੁਰੂ ਹਾਂ। ਪਰ ਸਿੱਖ ਜਿਹੜੇ ਸੀ ਸੂਝਵਾਨ ਸੀ, ਗੁਰੂ ਨੂੰ ਲੱਭ ਲਿਆ। ਗੁਰੂ ਲਾਧੋਰੇ ਦੀ ਆਪਾਂ ਸਾਖੀ ਪੜ੍ਹਦੇ ਹਾਂ। 9ਵੇਂ ਪਾਤਸ਼ਾਹ ਜੀ ਨੂੰ ਪ੍ਰਗਟ ਕਰ ਲਿਆ ਸਿੱਖਾਂ ਨੇ। 9ਵੇਂ ਪਾਤਸ਼ਾਹ ਜੀ ਨੇ ਫਿਰ ਇਸ ਅਗੰਮੀ ਇਲਾਹੀ ਗੁਰਬਾਣੀ ਦਾ, ਇਸ ਕਲਾਮ ਦਾ, ਇਹਦਾ ਪ੍ਰਚਾਰ ਕੀਤਾ ਸਾਰੇ ਜਗਤ ਦੇ ਵਿੱਚ। ਪਰ ਜਿਹੜੇ ਵਿਰੋਧੀ ਸੀ, ਜਿਹੜੇ ਉਲਟ ਸੀ, ਜਿਹੜੇ ਲੋਕਾਂ ਨੂੰ ਲੁੱਟ ਖਸੁੱਟ ਕਰਦੇ ਸੀ, ਝੂਠੇ ਰਾਜੇ ਸੀ, ਉਹਨਾਂ ਤੋਂ ਜਰ ਨਾ ਹੋਇਆ, ਅਤੇ 9ਵੇਂ ਪਾਤਸ਼ਾਹ ਜੀ ਨੂੰ ਵੀ ਸ਼ਹੀਦ ਕਰ ਦਿੱਤਾ। ਅਤੇ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ, 3 ਪਿਆਰੇ ਸਿੱਖ ਵੀ ਸ਼ਹੀਦ ਕਰ ਦਿੱਤੇ। ਉਸ ਤੋਂ ਬਾਅਦ ਸਮਾਂ ਆਇਆ 10ਵੇਂ ਪਾਤਸ਼ਾਹ ਜੀ ਦਾ। 10ਵੇਂ ਪਾਤਸ਼ਾਹ ਜੀ ਦੇ ਜੀਵਨ ਦੀ ਕੀ ਗੱਲ ਕਰੀਏ। 9 ਸਾਲ ਤੋਂ ਲੈ ਕੇ 42 ਸਾਲ ਤੱਕ ਇੱਕ ਦਿਨ ਵੀ ਸੁੱਖ ਤੇ ਚੈਨ ਦਾ ਨਹੀਂ ਲੰਘਿਆ। 22 ਧਾਰ ਦੇ ਰਾਜੇ, ਇੱਥੋਂ ਦੇ ਰਾਜੇ, ਹਿੰਦੁਸਤਾਨ ਦੇ ਰਾਜੇ ਜਿਹੜੇ, ਉਹ ਵੀ ਉਲਟ ਹੋ ਗਏ ਦਸ਼ਮੇਸ਼ ਪਿਤਾ ਦੇ। ਵਿਦੇਸ਼ੀਆਂ ਨੇ ਤਾਂ ਜਿਹੜਾ ਹੈ ਔਰੰਗਜ਼ੇਬ ਵਰਗਿਆਂ ਨੇ ਤਾਂ ਉਲਟ ਹੋਣਾ ਹੀ ਸੀ। ਅਤੇ ਫਿਰ ਪਰੇਸ਼ਾਨ ਕੀਤਾ। 4 ਸਾਹਿਬਜ਼ਾਦੇ ਆਪਾਂ ਦੇਖਦੇ ਹਾਂ, ਆਨੰਦਪੁਰ ਦੀ ਜੰਗ, ਸ੍ਰੀ ਚਮਕੌਰ ਸਾਹਿਬ ਜੀ ਦੀ ਜੰਗ, 4 ਸਾਹਿਬਜ਼ਾਦੇ ਅਤੇ ਸਾਰੇ ਪਰਿਵਾਰ ਨੂੰ ਖਤਮ ਕਰ ਦਿੱਤਾ। ਅਤੇ ਦਸ਼ਮੇਸ਼ ਪਿਤਾ ਨੇ ਇਹ ਕਿਹਾ
ਚਾਰ ਮੂਏ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ। ਇਹ ਸਾਡੇ ਵੱਲ ਨੂੰ ਹੱਥ ਕਰਕੇ ਸਾਡੀ ਕੌਮ ਦੇ ਉੱਪਰੋਂ, ਸਾਡੇ ਸਿੱਖਾਂ ਦੇ ਉੱਪਰੋਂ ਚਾਰ ਲੜੀਆਂ ਵਰਗੇ ਸਾਹਿਬਜ਼ਾਦੇ ਦਸ਼ਮੇਸ਼ ਪਿਤਾ ਜੀ ਨੇ ਵਾਰ ਦਿੱਤੇ। ਉਸ ਤੋਂ ਬਾਅਦ ਸਮਾਂ ਆਇਆ ਬੰਦਾ ਬਹਾਦਰ ਦਾ ਜਦੋਂ ਸਮਾਂ ਆਇਆ, ਉਹਨਾਂ ਨੇ ਇੱਟ ਨਾ ਇੱਟ ਖੜਕਾਈ, ਸਾਹਿਬਜ਼ਾਦਿਆਂ ਦਾ ਜਿਹੜਾ ਸੀ ਬਦਲਾ ਲਿਆ ਤੇ ਬਹੁਤ ਘਾਲਣਾ ਘਾਲੀ। ਅਖੀਰ ਦੇ ਵਿੱਚ ਬੰਦਾ ਬਹਾਦਰ ਨੂੰ ਵੀ ਫੜ ਕੇ ਅਨੇਕਾਂ ਤਰ੍ਹਾਂ ਦੇ ਤਸੀਹੇ ਦੇ ਕੇ ਉਹਨਾਂ ਦੇ ਪੁੱਤਰ ਅਜੈ ਸਿੰਘ ਦਾ ਕਾਲਜਾ ਕੱਢ ਕੇ, ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਦੇ ਵਿੱਚ ਤੁੰਨਿਆ ਗਿਆ। ਇੰਨੇ ਤਸੀਹੇ ਦੇ ਕੇ ਬਾਬਾ ਬੰਦਾ ਬਹਾਦਰ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਸਮਾਂ ਆਇਆ ਮਿਸਲਾਂ ਤੋਂ ਬਾਅਦ ਫਿਰ ਸਮਾਂ ਆਇਆ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਆ ਕੇ ਉਹ ਵੀ ਘਰ ਦੀ ਫੁੱਟ ਦੇ ਵਿੱਚੋਂ, ਉਹ ਵੀ ਡੋਗਰਿਆਂ ਦੀਆਂ ਜਿਹੜੀਆਂ ਬੁਰੀਆਂ ਚਾਲਾਂ ਦਾ ਕਰਕੇ ਸਾਰਾ ਰਾਜ ਖੇਰੂ ਹੋ ਗਿਆ। ਅਖੀਰ ਸੀ ਜਿਹੜਾ ਮਹਾਰਾਜਾ ਅਖੀਰਲਾ ਦਲੀਪ ਸਿੰਘ, ਉਹਨੂੰ ਬਹੁਤ ਪਰੇਸ਼ਾਨ ਕੀਤਾ। ਮਹਾਰਾਣੀ ਜਿੰਦਾ ਨੂੰ ਪਰੇਸ਼ਾਨ ਕੀਤਾ, ਮਾਂ ਪੁੱਤ ਨੂੰ ਮਿਲਣ ਨਹੀਂ ਦਿੱਤਾ ਤੇ ਇਸੇ ਤਰ੍ਹਾਂ ਹੀ ਉਹ ਜਿਹੜੇ ਸੀ ਸਵਰਗ ਸੁਧਾਰ ਗਏ, ਚਲੇ ਗਏ। ਉਸ ਤੋਂ ਬਾਅਦ ਸਮਾਂ ਆ ਗਿਆ ਅੰਗਰੇਜ਼ਾਂ ਨੇ ਵੀ ਰਾਜ ਕੀਤਾ ਸਾਡੇ ਤੇ। ਉਹਨਾਂ ਨੇ ਵੀ ਸਾਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਵਰਤੀ, ਆਪਸ ਦੇ ਵਿੱਚ ਪਾੜਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਫਿਰ ਆਜ਼ਾਦੀ ਆ ਗਈ। ਆਜ਼ਾਦੀ ਤੋਂ ਬਾਅਦ ਵੀ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੂੰ ਆਪਾਂ ਕਾਲੇ ਅੰਗਰੇਜ਼ਾਂ ਦੀਆਂ ਸਰਕਾਰਾਂ ਕਹਿ ਸਕਦੇ ਹਾਂ, ਜਿਨ੍ਹਾਂ ਨੇ ਸਿੱਖ ਧਰਮ ਬਾਰੇ, ਸਿੱਖਾਂ ਬਾਰੇ ਬਹੁਤਾ ਜ਼ਿਆਦਾ ਨਹੀਂ ਸੋਚਿਆ। ਪਰ ਇੱਥੇ ਮੈਂ ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ, ਇੱਥੇ ਤੱਕ ਆਉਂਦੇ 10 ਗੁਰੂਆਂ ਤੋਂ ਬਾਅਦ ਅੱਜ ਤੱਕ ਆਉਂਦੇ ਸਾਡੇ ਸਿੱਖਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਕਮੀਆਂ ਆ ਚੁੱਕੀਆਂ ਹਨ। ਅਸੀਂ ਕੇਵਲ ਤੇ ਕੇਵਲ ਇੱਕ ਮੇਨ ਵੱਡੀ ਕਮੀ ਜਿਹੜੀ ਸਾਡੇ ਵਿੱਚ ਆ ਗਈ, ਅੱਗੇ ਲੋਕ ਜਿਹੜੇ ਸੀ ਪੁਰਾਣੇ ਸਿੱਖ ਸੀ, ਸੂਰਮੇ ਸੀ, ਯੋਧੇ ਸੀ, ਇਮਾਨਦਾਰ ਸੀ, ਵਧੀਆ ਬੰਦੇ ਸੀ, ਮਾਇਆ ਤੋਂ ਪਰੇ ਸੀ, ਇਨਸਾਨੀਅਤ ਦੇ ਨਾਲ ਭਰੇ ਪਰੁੰਨੇ ਪਏ ਸੀ, ਇਨਸਾਨਾਂ ਦੇ ਵਾਸਤੇ ਆਪਣਾ ਬਲੀਦਾਨ ਵੀ ਦੇ ਦਿੰਦੇ ਸੀ। ਇਹ ਸਾਰੀ ਤਾਕਤ, ਸਾਰੀ ਸ਼ਕਤੀ ਕਿੱਥੋਂ ਆਉਂਦੀ ਸੀ? ਗੁਰੂ ਤੋਂ। ਹੁਣ ਕੀ ਹੋਇਆ? ਹੁਣ ਅਸੀਂ ਗੁਰੂ ਨੂੰ ਛੱਡ ਬੈਠੇ, ਗੁਰੂ ਨੂੰ ਤਿਆਗ ਦਿੱਤਾ, ਕਿਉਂਕਿ ਬਾਣੀ ਸੀ ਗੁਰੂ ਤੋਂ ਸਾਨੂੰ ਅਕਲ ਮਿਲਣੀ ਸੀ, ਗੁਰੂ ਤੋਂ ਗਿਆਨ ਮਿਲਣਾ ਸੀ। ਇਸ ਕਰਕੇ ਗੁਰਬਾਣੀ ਨੂੰ ਛੱਡ ਬੈਠੇ ਤੇ ਅਸੀਂ ਅਗਿਆਨੀ ਹੋ ਗਏ। ਅਗਿਆਨੀ ਬੰਦੇ ਨੂੰ ਫਿਰ ਜਿਹੜਾ ਮਰਜ਼ੀ ਮਗਰ ਲਾ ਕੇ ਲੈ ਜਾਵੇ। ਅਸੀਂ ਇਸ ਤਰ੍ਹਾਂ ਸਾਡੇ ਨਾਲ ਸੰਖੇਪ ਇਤਿਹਾਸ, ਜਿਹੜਾ ਅਸੀਂ ਰਾਜੇ ਹੁੰਦੇ ਸੀ, ਸਾਡਾ ਰਾਜ ਭਾਗ ਇਸ ਤਰ੍ਹਾਂ ਚਲਿਆ ਗਿਆ। ਵਿੱਚ ਠੀਕ ਆ, ਵਿਦੇਸ਼ੀਆਂ ਦੀਆਂ ਤਾਂ ਗਲਤੀਆਂ ਹੈਗੀਆਂ, ਉਹਨਾਂ ਨੇ ਤਾਂ ਜ਼ੁਲਮ ਕਰਨਾ ਹੀ ਕਰਨਾ ਸੀ, ਪਰ ਨਾਲ ਦੀ ਨਾਲ ਸਾਨੂੰ ਅੰਦਰੋਂ ਵੀ ਜਿਹੜਾ ਖਤਮ ਕਰ ਦਿੱਤਾ ਗਿਆ। ਹੁਣ ਵੀ ਸਾਨੂੰ ਬੜੀਆਂ ਚਾਲਾਂ ਦੇ ਨਾਲ ਪੰਜਾਬੀ ਤੋਂ ਦੂਰ ਕੀਤਾ ਜਾਂਦਾ। ਜੇ ਪੰਜਾਬੀ ਨਾ ਪੜ੍ਹਨੀ ਆਊ ਤਾਂ ਗੁਰਬਾਣੀ ਦਾ ਨਹੀਂ ਪਤਾ ਲੱਗਣਾ, ਗੁਰਬਾਣੀ ਦਾ ਨਹੀਂ ਪਤਾ ਲੱਗਣਾ ਤਾਂ ਅਸੀਂ ਸਿੱਖ ਕਿਵੇਂ ਬਣਾਂਗੇ? ਸੋ ਇਸ ਕਰਕੇ ਅਸੀਂ ਜੇ ਦੁਬਾਰੇ ਸਿੱਖ ਬਣਨਾ ਚਾਹੁੰਦੇ ਹਾਂ, ਦੁਬਾਰੇ ਅਸੀਂ ਉਹੋ ਜਿਹੀ ਬਣਨਾ ਚਾਹੁੰਦੇ ਹਾਂ, ਆਪਣੇ ਪਿਛੋਕੜ ਨਾਲ ਜੁੜਨਾ ਚਾਹੁੰਦੇ ਹਾਂ, ਆਪਣੇ ਪੁਰਖਿਆਂ ਨਾਲ ਜੁੜਨਾ ਚਾਹੁੰਦੇ ਹਾਂ, ਆਪਣੇ ਸ਼ਹੀਦ ਸਿੰਘਾਂ ਸਿੰਘਣੀਆਂ ਨਾਲ ਜੁੜਨਾ ਚਾਹੁੰਦੇ ਹਾਂ, ਤਾਂ ਦੁਬਾਰੇ ਫਿਰ ਅਸੀਂ ਗੁਰਬਾਣੀ ਦੇ ਨਾਲ ਜੁੜ ਜਾਈਏ, ਗੁਰੂ ਨਾਨਕ ਬਾਬਾ ਜੀ ਦੀ ਗੱਲ ਨੂੰ ਮੰਨੀਏ। ਕਿਉਂਕਿ ਜਦੋਂ ਗੁਰੂ ਨਾਨਕ ਬਾਬਾ ਜੀ ਦਾ ਸਮਾਂ ਆਇਆ, ਗੁਰੂ ਨਾਨਕ ਬਾਬਾ ਜੀ ਨੇ ਇੱਕ ਗੱਲ ਡੰਕੇ ਦੀ ਚੋਟ ਤੇ ਕਹੀ, ਉਹ ਸਾਨੂੰ ਨਾ ਸੁਣਾਈ ਜਾਂਦੀ ਆ ਤੇ ਨਾ ਅਸੀਂ ਉਹ ਸੁਣ ਕੇ ਰਾਜੀ ਹਾਂ ਤੇ ਨਾ ਸਮਝਦੇ ਹਾਂ। ਜੇ ਅੱਜ ਉਹ ਗੱਲ ਨੂੰ ਸਮਝ ਜੀਏ ਤਾਂ ਸ਼ਾਇਦ ਅਸੀਂ ਸਿੱਖੀ ਵੱਲ ਨੂੰ ਚੱਲ ਪਵਾਂਗੇ। ਗੁਰੂ ਨਾਨਕ ਬਾਬਾ ਜੀ ਕੀ ਸਮਝਾਉਂਦੇ ਹਨ? ਕਹਿੰਦੇ, ਹੇ ਸਿੱਖਾ, ਤੂੰ ਇੰਨਾ ਦੇ ਮਗਰ ਨਹੀਂ ਲੱਗਣਾ। ਕਿੰਨਾ ਦੇ ਬਾਬਾ ਜੀ? ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਕਾਏ, ਜੋਗੀ ਜੁਗਤ ਨ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ। ਲੈ ਭਾਈ ਸਿੱਖਾ, ਤੂੰ ਗੁਰੂ ਨਾਨਕ ਬਾਬਾ ਜੀ ਦਾ ਸਿੱਖ ਬਣਨਾ
ਤੂੰ ਇਨਸਾਨੀਅਤ ਦੇ ਨਾਲ ਭਰਪੂਰ ਹੋਣਾ। ਤੂੰ ਇਹਨਾਂ ਮੁਸਲਮਾਨਾਂ ਦੇ ਧਰਮ ਨੂੰ ਨਹੀਂ ਮੰਨਣਾ, ਉਹਨਾਂ ਨੂੰ ਉਹਨਾਂ ਦੇ ਧਰਮ ਦੀ ਮੁਬਾਰਕ ਆ। ਕਿਉਂ? ਕਿਉਂਕਿ ਕਾਦੀ ਆ, ਜਿਹੜੇ ਕਾਜੀ ਲੋਕ ਆ, ਜਿਹੜੇ ਮੁਸਲਮਾਨਾਂ ਦੇ ਮੁਖੀ ਲੋਕ ਆ, ਉਹ ਝੂਠ ਬੋਲਦੇ ਆ। ਝੂਠ ਬੋਲ ਕੇ ਮਾਇਆ ਖਾਂਦੇ ਆ, ਮੈਲ ਖਾਂਦੇ ਆ। ਸਾਹਿਬਜ਼ਾਦਿਆਂ ਦੇ ਵਿਰੁੱਧ ਝੂਠਾ ਫਤਵਾ ਦੇ ਦਿੱਤਾ ਉਹਨਾਂ ਨੇ, ਤੇ ਇਸ ਕਰਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ। ਹੇ ਸਿੱਖਾ, ਤੂੰ ਇਹਨਾਂ ਕਾਜ਼ੀਆਂ ਦੇ ਮਗਰ ਨਹੀਂ ਲੱਗਣਾ। ਹੁਣ ਸਾਡਾ ਸਿੱਖਾਂ ਦਾ ਠੀਕ ਆ, ਮੁਸਲਮਾਨ ਵੀਰ ਬਹੁਤ ਚੰਗੇ ਆ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਧਰਮ ਵੀ ਉਹਨਾਂ ਦਾ ਚੰਗਾ, ਉਹਨਾਂ ਵਾਸਤੇ ਸਾਰਾ ਕੁਝ ਮੁਬਾਰਕ ਆ, ਪਰ ਇੱਕ ਸਿੱਖ ਵਾਸਤੇ ਕੁਝ ਵੀ ਨਹੀਂ ਹੈ। ਕਾਦੀ ਝੂ ਕੂੜ ਬੋਲ ਮਲ ਖਾਏ, ਇੱਥੋਂ ਬਚਣਾ ਭਾਈ। ਤੇ ਫਿਰ ਅੱਗੇ ਬ੍ਰਾਹਮਣ ਨਹਾਵੇ ਜੀਆਂ ਘਾਏ। ਆ ਬ੍ਰਾਹਮਣ ਆ ਜਿਹੜੇ ਭਾਈ, ਇਹਨਾਂ ਨੇ ਵੀ ਜਨਤਾ ਨੂੰ, ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ। ਲੋਕਾਂ ਨੂੰ ਲੁੱਟੀ ਜਾਂਦੇ ਆ, ਪੈਸਾ ਖਾਈ ਜਾਂਦੇ ਆ, ਸਭ ਕੁਝ ਕਰੀ ਜਾਂਦੇ ਆ, ਮਗਰੋਂ ਮਹੀਨਾ ਕੁ ਨਹਾ ਲੈਂਦੇ ਆ, ਕਹਿੰਦੇ ਨਹਾ ਕੇ ਸਾਰਾ ਕੁਝ, ਸਾਰੇ ਪਾਪ ਆ ਜਿਹੜੇ ਲੈ ਗਏ ਸਾਡੇ, ਸਾਰਾ ਕੁਝ। ਇਹਨਾਂ ਦੇ ਮਗਰ ਵੀ ਨਹੀਂ ਲੱਗਣਾ ਭਾਈ ਸਿੱਖਾ, ਤੂੰ ਇਹਨਾਂ ਤੋਂ ਵੀ ਵੱਖਰਾ ਹੋਣਾ। ਹੁਣ ਕਾਦੀਆਂ ਤੋਂ ਵੀ ਵੱਖਰਾ ਹੋ ਗਿਆ, ਕਿਉਂਕਿ ਉਹ ਝੂਠ ਬੋਲਦੇ ਆ। ਤੇਰੇ ਗੁਰੂ ਨਾਨਕ ਬਾਬਾ ਜੀ ਗੁਰਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ। ਤੇ ਤੀਜੇ ਸੀ ਜੋਗੀ। ਹੁਣ ਜੋਗੀ ਜੁਗਤ ਨਾ ਜਾਣੈ ਅੰਧ। ਜੋਗੀ ਦਾ ਅਰਥ ਹੁੰਦਾ ਜੁੜ ਜਾਣਾ, ਜੁੜਿਆ ਹੋਇਆ ਪਰਸਨ, ਜੁੜਿਆ ਹੋਇਆ ਮਨੁੱਖ। ਇਹ ਵੀ ਜੁੜਨ ਦੀ ਅਕਾਲ ਪੁਰਖ ਪਰਮਾਤਮਾ ਨਾਲ ਜੁਗਤੀ ਨਹੀਂ ਜਾਣਦੇ। ਇਹ ਵੀ ਮਾਇਆ ਕਮਾਉਣ ਪਿੱਛੇ ਹੀ ਆਪਣੀਆਂ ਜਿਹੜੇ ਭਗਵੇਂ ਪਾਈ ਫਿਰਦੇ ਆ। ਮਹਾਰਾਜ ਸਮਝਾ ਰਹੇ ਹਨ, ਹੇ ਸਿੱਖਾ, ਤੂੰ ਇਹਨਾਂ ਤਿੰਨਾਂ ਤੋਂ ਬਚਣਾ ਸੀ। ਹੁਣ ਅਸੀਂ ਮੁਸਲਮਾਨਾਂ ਤੋਂ ਤਾਂ ਬਚ ਗਏ ਆ, ਜੋਗੀਆਂ ਤੋਂ ਵੀ ਤਕਰੀਬਨ ਬਚ ਗਏ ਆ, ਪਰ ਬ੍ਰਾਹਮਣ ਨੇ ਰਗੜਤੇ। ਬ੍ਰਾਹਮਣਵਾਦ ਦੇ ਵਿੱਚ ਅਸੀਂ ਫਸ ਚੁੱਕੇ ਹਾਂ ਬਹੁਤ ਬੁਰੀ ਤਰ੍ਹਾਂ। ਤੇ ਕੇਵਲ ਗੁਰਬਾਣੀ ਦੀ ਤੱਤ ਵਿਚਾਰ ਦੇ ਨਾਲ ਹੀ ਨਿਕਲ ਸਕਦੇ ਹਾਂ, ਨਹੀਂ ਨਿਕਲਣਾ ਬਹੁਤ ਔਖਾ। ਹੁਣ ਸਿੱਖਾਂ ਨੂੰ ਇਹਨਾਂ ਤਿੰਨਾਂ ਤੋਂ ਹੀ ਰੋਕਤਾ ਸੀ ਮਹਾਰਾਜ ਨੇ। ਕਾਦੀ ਝੂ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਧ। ਲੈ ਭਾਈ, ਇਹ ਉਜਾੜੇ ਦਾ ਬੰਧ ਆ, ਤੂੰ ਇਹਨਾਂ ਦੇ ਮਗਰ ਨਹੀਂ ਲੱਗਣਾ। ਮਹਾਰਾਜ ਫਿਰ ਸੱਚੇ ਪਾਤਸ਼ਾਹ, ਮੈਂ ਕੀ ਕਰਾਂ, ਕਿਹਦੇ ਮਗਰ ਲੱਗਣਾ? ਤੂੰ ਭਾਈ ਸਤਿਗੁਰੂ ਦੇ ਮਗਰ ਲੱਗਣਾ, ਆਪਣੇ ਗੁਰੂ ਦੇ ਮਗਰ ਲੱਗਣਾ, ਗੁਰਬਾਣੀ ਦੇ ਲੜ ਲੱਗਣਾ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੈ ਨਾ ਜਾਏ, ਓਇ ਅਬਨਾਸੀ ਪੁਰਖ ਹੈ, ਸਭ ਮੈਂ ਰਹਾ ਸਮਾਏ। ਲੈ ਭਾਈ, ਤੂੰ ਐਸੇ ਸਤਿਗੁਰੂ ਦੇ ਨਾਲ ਜੁੜ ਜਾਣਾ, ਜਿੱਥੇ ਆਪਦੀਆਂ ਪੀੜ੍ਹੀਆਂ ਨੂੰ ਗਾਂ ਦੀ ਗਾਂ ਜੋੜੀ ਜਾਣਾ ਸਿੱਖਾਂ ਨੇ। ਇਸ ਕਰਕੇ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਨਾ ਕਿਤੇ ਜਾਂਦੇ ਆ, ਤੇ ਨਾ ਇਹਨਾਂ ਨੇ ਖਤਮ ਹੋਣਾ। ਸਰੀਰ ਆ ਜਿਹੜਾ, ਇਹ ਦੇਹਧਾਰੀ ਦੇ ਮਗਰ ਲੱਗਾਂਗੇ, ਕਿਸੇ ਮਗਰ ਵੀ ਇੱਕ ਖਤਮ ਹੋ ਜੂ, ਫਿਰ ਕੀ ਕਰਾਂਗੇ? ਫਿਰ ਸਾਡੇ ਗਾਂ ਬੱਚੇ ਕੀ ਕਰਨਗੇ? ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਤੇ ਸ਼ਬਦ ਗੁਰੂ ਜਿੱਥੇ ਵੀ ਹੋਈਏ, ਜਿਸ ਦੇਸ਼ ਦੇ ਵਿੱਚ ਵੀ ਹੋਈਏ, ਸਾਰੇ ਥਾਵਾਂ ਤੇ ਗੁਰਬਾਣੀ ਇੱਕੋ ਹੀ ਹੈ ਭਾਈ। ਇਸ ਕਰਕੇ ਤੂੰ ਸਿੱਖਾ ਕਿਸੇ ਦੇ ਦੇਹਧਾਰੀਆਂ ਦੇ ਮਗਰ ਨਹੀਂ ਲੱਗਣਾ, ਕਰਮ ਕਾਂਡ ਨਹੀਂ ਕਰਨੇ। ਮਨਮੁਖ ਹੋਏ ਬੰਦੇ ਕਾ ਬੰਦਾ, ਜਿਹੜਾ ਬੰਦੇ ਨੂੰ ਬੰਦਾ ਆਪਦੇ ਅਧੀਨ ਕਰ ਲੈਂਦਾ, ਉਹ ਮਨਮੁਖ ਹੁੰਦੇ ਆ। ਤੈਂ ਗੁਰਮੁਖ ਬਣਨਾ ਭਾਈ, ਗੁਰੂ ਦੇ ਨਾਲ ਜੁੜਨਾ। ਤੈਂ ਦੇਵਤੇ ਪੂਜਣੇ ਨਹੀਂ, ਤੈਂ ਦੇਵਤਾ ਬਣਨਾ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਰ। ਇਸ ਕਰਕੇ ਤੂੰ ਖੁਦ ਦੇਵਤਾ ਬਣ ਸਕਦਾ ਭਾਈ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੈ, ਸਤਿਗੁਰ ਪਾਇਆ ਪੂਰਾ ਨਾਵਣ, ਪਸ਼ੂ ਪਰੇ ਤੋਂ ਦੇਵ ਕਰੈ। ਗੁਰ ਦਰਿਆਓ, ਗੁਰੂ ਐਸਾ ਗਿਆਨ ਦਾ ਦਰਿਆ ਹੈ
ਜਿਹਦੇ ਵਿੱਚ ਸਾਰੇ ਸਿੱਖ ਨਹਾ ਸਕਦੇ ਆ ਭਾਈ। ਇਹਦੇ ਵਿੱਚ ਇਸ਼ਨਾਨ ਕਰਨਾ ਅਸੀਂ ਗਿਆਨ ਦੇ ਸਰੋਵਰ ਦੇ ਵਿੱਚ। ਗੁਰ ਦਰਿਆਓ ਸਦਾ ਜਲ ਨਿਰਮਲ। ਬਾਹਰਲੇ ਜਿਹੜੇ ਜਲ ਆ ਉਹ ਤਾਂ ਕੱਢਣੇ ਵੀ ਪੈਂਦੇ ਆ, ਪਾਣੀ ਖਰਾਬ ਹੋ ਜਾਂਦਾ, ਨਵਾਂ ਪਾਉਣਾ ਪੈਂਦਾ, ਹੋਰ ਬਹੁਤ ਕੁਝ ਕਰਨਾ ਪੈਂਦਾ। ਪਰ ਮਹਾਰਾਜ ਸਮਝਾ ਰਹੇ ਹਨ ਗੁਰੂ ਦੇ ਗਿਆਨ ਦਾ ਸਮੁੰਦਰ ਦਰਿਆ ਐਸਾ ਜਿਹੜਾ ਕਦੇ ਮੈਲਾ ਨਹੀਂ ਹੁੰਦਾ, ਸਦਾ ਜਲ ਨਿਰਮਲ। ਮਿਲਿਆ ਦੁਰਮਤ ਮੈਲ ਹਰੈ। ਸਾਡੀ ਬੁਰੀ ਮੱਤ ਚਲੀ ਜਾਂਦੀ ਹੈ, ਬੁਰੀ ਮੱਤ ਖਤਮ ਹੋ ਜਾਂਦੀ ਹੈ। ਕਦੋਂ? ਜਦੋਂ ਅਸੀਂ ਸਤਿਗੁਰੂ ਦੇ ਨਾਲ ਮਿਲਦੇ ਹਾਂ, ਮਿਲਾਪ ਹੁੰਦਾ। ਮਿਲਾਪ ਕਿਵੇਂ ਹੁੰਦਾ? ਜਦੋਂ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਬੈਠ ਕੇ ਸਤਿਗੁਰਾਂ ਦੇ ਇੱਕ ਇੱਕ ਬਚਨ ਨੂੰ ਬੜੇ ਧਿਆਨ ਤੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦੇ ਆ, ਤਾਂ ਸਾਡੀ ਫਸੀ ਹੋਈ ਸੁਰਤ ਜਿਹੜੀ ਦੁਨੀਆਦਾਰੀ ਦੇ ਵਿੱਚ ਫਸ ਚੁੱਕੀ ਹੈ, ਮਾਇਆ ਦੇ ਵਿੱਚ ਫਸ ਚੁੱਕੀ ਹੈ, ਤਿੰਨਾਂ ਗੁਣਾਂ ਦੇ ਵਿੱਚ ਫਸ ਚੁੱਕੀ ਹੈ, ਉਹ ਚੱਲਣੀ ਸ਼ੁਰੂ ਹੋ ਜਾਂਦੀ ਹੈ। ਮਿਲਿਆ ਦੁਰਮਤ ਮੈਲ ਹਿਰੈ। ਬੁਰੀ ਮੱਤ ਦੀ ਮੈਲ ਜਿਹੜੀ ਲੈ ਜਾਂਦੀ ਹੈ, ਇਹ ਕੇਵਲ ਤੇ ਕੇਵਲ ਮੱਥਾ ਟੇਕਿਆ ਨਹੀਂ ਲੈਣੀ ਭਾਈ। ਸਤਿਗੁਰ ਨੋ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ। ਡਿਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰਹਿ ਵਿਚਾਰ। ਸ਼ਬਦ ਦੀ ਵਿਚਾਰ, ਬਸ ਇਹ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ। ਇੱਕ ਇੱਕ ਸ਼ਬਦ ਦੀ ਵਿਚਾਰ ਵੀ ਅਸੀਂ ਰੋਜ਼ ਕਰਦੇ ਸੁਣਦੇ ਜਾਈਏ ਨਾ, 1 ਸਾਲ ਦੇ ਵਿੱਚ ਕਿੱਥੇ ਪਹੁੰਚ ਜਾਵਾਂਗੇ ਭਾਈ। ਆਹ ਕੰਮ ਕਰਿਆ ਕਰਨਾ, ਫਿਰ ਹੋਵੇਗਾ ਕੀ ਜੀ? ਬੁਰੀ ਮੱਤ ਚਲੀ ਜਾਵੇਗੀ। ਸਤਿਗੁਰ ਪਾਇਆ ਪੂਰਾ ਨਾਵਣ, ਪਸ਼ੂ ਪ੍ਰੇਤੋਂ ਦੇਵ ਕਰੈ। ਸਤਿਗੁਰੂ ਦੇ ਨਾਲ ਜਿਹੜੇ ਜੁੜ ਗਏ ਭਾਈ, ਜਾਂ ਮੇਰੇ ਮਨਾ ਜੇ ਤੂੰ ਜੁੜ ਜਾਵੇਂਗਾ, ਫਿਰ ਤੈਨੂੰ ਦੁਬਾਰੇ ਨਹਾਉਣ ਦੀ ਲੋੜ ਨਹੀਂ ਪਵੇਗੀ। ਵੀ ਬਿੰਦੇ ਬਿੰਦੇ ਕਦੇ ਉੱਥੇ ਨਹਾਇਆ ਆ, ਕਦੇ ਉੱਥੇ ਨਹਾਇਆ ਆ, ਮਹੀਨੇ ਬਾਅਦ ਨਹਾਇਆ ਆ, ਸਾਲ ਬਾਅਦ ਨਹਾਇਆ ਆ, ਨਾ, ਇੱਕੇ ਵਾਰੀ ਉਹ ਨਹਾਉਣ ਹੋਊਗਾ ਭਾਈ। ਪੂਰਾ ਨਾਵਣ, ਇਹ ਨਹਾਉਣਾ ਤੇਰਾ ਪੂਰਾ ਹੋ ਜੂ। ਪਸ਼ੂ ਪ੍ਰੇਤੋਂ ਦੇਵ ਕਰੈ। ਪਸ਼ੂ ਪ੍ਰੇਤੋਂ, ਮੇਰੀ ਪਸ਼ੂ ਬਿਰਤੀ ਨੂੰ, ਪ੍ਰੇਤ ਬਿਰਤੀ ਨੂੰ। ਪਸ਼ੂ ਕੀ ਆ? ਜਿਹੜਾ ਪਾਸਟ ਦੇ ਵਿੱਚ ਰਹਿੰਦਾ, ਜਿਹੜਾ ਹਮੇਸ਼ਾ ਪਿੱਛੇ ਨੂੰ ਹੀ ਚੱਲਦਾ, ਉਹਨੂੰ ਪਸ਼ੂ ਕਹਿੰਦੇ ਆ ਅਸੀਂ। ਤੇ ਪ੍ਰੇਤ ਕੀ ਹੈ? ਪ੍ਰੇਤ ਨੂੰ ਕਿਹਾ ਜਾਂਦਾ ਇਹਦਾ ਸੂਈ ਦੇ ਨੱਕੇ ਜਿੰਨਾ ਆਖੇ ਜੀ ਮੂੰਹ ਹੁੰਦਾ, ਇਹ ਲੋਕਾਂ ਦਾ ਖੂਨ ਪੀਂਦਾ। ਪ੍ਰੇਤ ਬਾਰੇ ਇਹ ਕਿਹਾ ਜਾਂਦਾ। ਹੁਣ ਅਸੀਂ ਪਸ਼ੂ ਕਦੋਂ ਬਣਦੇ ਆ? ਜਦੋਂ ਗੁਰੂ ਦੇ ਗਿਆਨ ਨਾਲ ਨਹੀਂ ਜੁੜਦੇ, ਆਪ ਦੀਆਂ ਹੀ ਗੱਲਾਂ ਨੂੰ ਮੁੱਖ ਰੱਖਦੇ ਆ, ਪਿਛਲੀਆਂ ਨੂੰ ਹੀ, ਜਿਹੜੀ ਪਿੱਛੇ ਸਮੇਂ ਲੰਘ ਗਈ। ਹੁਣ ਜਿਹੜਾ ਸਿੱਖ ਧਰਮ ਆ ਇਹ ਬਿਲਕੁਲ ਨਵਾਂ, ਜਦੋਂ ਅਸੀਂ ਪਿਛਲਾ ਹੀ ਤੁਰੇ ਫਿਰਦੇ ਆ, ਉਹ ਅਸੀਂ ਪਸ਼ੂ ਬਿਰਤੀ ਦੇ ਵਿੱਚ ਹੁੰਦੇ ਆ। ਤੇ ਜਦੋਂ ਅਸੀਂ ਪ੍ਰੇਤ ਕਦੋਂ ਹੁੰਦੇ ਆ? ਜਦੋਂ ਲੋਕਾਂ ਦਾ ਹੱਕ ਮਾਰਦੇ ਆ, ਜਦੋਂ ਲੋਕਾਂ ਨੂੰ ਲੁੱਟਦੇ ਆ, ਜਦੋਂ ਲੋਕਾਂ ਦਾ ਪੈਸਾ ਧੇਲਾ ਖਾਂਦੇ ਆ, ਇਹ ਲੋਕਾਂ ਦਾ ਖੂਨ ਪੀਂਦੇ ਆ ਅਸੀਂ। ਮਹਾਰਾਜ ਸਮਝਾ ਰਹੇ ਹਨ ਕਿ ਇਸ ਤਰ੍ਹਾਂ ਭਾਈ ਜਿਹੜਾ ਹੈ ਪਸ਼ੂ ਪ੍ਰੇਤੋਂ ਦੇਵ ਕਰੈ, ਦੇਵਤਾ ਬਣ ਜਾਂਦਾ ਹੈ ਮਨੁੱਖ। ਤੇ ਉਸ ਤੋਂ ਬਾਅਦ ਗੱਲ ਰਹਿ ਗਈ ਮੁਕਤੀ ਦੀ, ਜਿਹੜੀ ਬਹੁਤੀ ਧਰਮ ਦੇ ਵਿੱਚ ਗੱਲ ਚੱਲੀ ਆ ਬਈ ਮੁਕਤ ਹੋ ਜਾਣਾ। ਹੁਣ ਗੁਰਬਾਣੀ ਮੁਤਾਬਕ ਮੁਕਤੀ ਹੋਰ ਆ, ਬਾਕੀ ਧਰਮਾਂ ਮੁਤਾਬਕ ਮੁਕਤੀ ਹੋਰ ਆ। ਮੁਸਲਮਾਨ ਧਰਮ ਮੁਤਾਬਕ ਮੁਕਤੀ ਹੋਰ ਆ, ਹਿੰਦੂਆਂ ਮੁਤਾਬਕ ਮੁਕਤੀ ਹੋਰ ਆ, ਪਰ ਸਾਡੇ ਸਿੱਖਾਂ ਮੁਤਾਬਕ ਮੁਕਤੀ ਹੈ ਜਿਹੜੀ, ਉਹ ਕਿਹੜੀ ਹੈ? ਉਹ ਆ ਜਿਉਂਦਿਆਂ ਹੀ ਮੁਕਤ ਹੋ ਜਾਣਾ। ਬਾਕੀ ਧਰਮ ਸਮਝਾਉਂਦੇ ਆ ਤੂੰ ਮਰ ਕੇ ਮੁਕਤ ਹੋਏਗਾ, ਪਰ ਗੁਰਬਾਣੀ ਸਮਝਾਉਂਦੀ ਆ ਤੂੰ ਜਿਉਂਦਾ ਹੀ ਮੁਕਤ ਹੋਏਗਾ। ਇਹ ਸਵਾਲ ਬਣ ਗਿਆ। ਭਗਤ ਬੇਣੀ ਜੀ ਨੇ ਫਰਮਾਨ ਕੀਤਾ, ਬੇਣੀ ਕਹੈ ਸੁਨੋ ਰੇ ਸੰਤ, ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਸੁਣੋ ਭਗਤ ਜਨੋ, ਮਰ ਕੇ ਕੀ ਮੁਕਤੀ ਦਾ ਫਾਇਦਾ ਦੱਸੋ? ਕਿਹਨੇ ਪਾਈ ਆ ਮੁਕਤੀ? ਕਿਹਨੂੰ ਪਤਾ ਲੱਗਿਆ ਵੀ ਮਰ ਕੇ ਕਿੱਥੇ ਗਿਆ, ਕਿੱਥੇ ਨਹੀਂ ਗਿਆ? ਇਹ ਸਭ ਵਹਿਮ ਆ, ਸਭ ਭਰਮ ਆ। ਪਰ ਜਿਹੜੀ ਗੁਰੂ ਦੇ ਸਿੱਖ ਨੂੰ ਮੁਕਤੀ ਮਿਲਦੀ ਆ ਨਾ, ਉਹ ਜਿਉਂਦਿਆਂ ਹੀ ਮਿਲਦੀ ਆ। 1 ਸਾਲ ਆਪਣਾ ਬਾਕੀ ਕੰਮਾਂ ਵੱਲੋਂ ਹਟਾ ਕੇ ਕੇਵਲ ਤੇ ਕੇਵਲ ਗੁਰਬਾਣੀ ਦੇ ਲੇਖੇ ਲਾ ਦਈਏ, 1 ਸਾਲ ਬਾਅਦ ਪਤਾ ਲੱਗ ਜੂ ਮੁਕਤੀ ਕੀ ਹੁੰਦੀ ਹੈ। ਮਹਾਰਾਜ ਸਮਝਾ ਰਹੇ ਹਨ, ਅੱਗੇ ਭਗਤ ਨਾਮਦੇਵ ਜੀ ਵੀ ਇਹੀ ਸਾਨੂੰ ਸਮਝਾ ਰਹੇ ਹਨ। ਕੀ ਕਹਿੰਦੇ ਹਨ ਭਗਤ ਨਾਮਦੇਵ ਜੀ? ਕਿ ਮੂਏ ਹੋਏ ਜੋ ਮੁਕਤ ਦਿਓਗੇ,
ਮੁਕਤ ਨਾ ਜਾਣੈ ਕੋਇਲਾ। ਜੇ ਮਰਿਆਂ ਨੂੰ ਮੁਕਤੀ ਦਿਓਗੇ ਨਾ ਤਾਂ ਅਸੀਂ ਆਨੰਦ ਮਾਣ ਸਕਦੇ ਹਾਂ ਬਾਕੀ ਰਹਿੰਦੀ ਜ਼ਿੰਦਗੀ ਦਾ, ਮੁਕਤੀ ਤੋਂ ਬਾਅਦ ਵਾਲਾ ਜਿਹੜਾ ਆਨੰਦ ਦਾ ਜੀਵਨ ਆ, ਤੇ ਨਾ ਕੋਇਲਾ ਕਿਸੇ ਨੇ ਇਹ ਜਾਣਿਆ, ਨਾ ਕਿਸੇ ਕੋਈ ਜਾਣ ਸਕਦਾ ਵੀ ਫਲਾਨਾ ਬੰਦਾ ਮੁਕਤ ਹੋ ਗਿਆ। ਫਿਰ ਜਿਉਂਦਿਆਂ ਹੀ ਮੁਕਤੀ ਪ੍ਰਾਪਤ ਹੋਣੀ ਆ, ਤੇ ਘਰ-ਬਾਰ ਛੱਡਣ ਦੀ ਲੋੜ ਆ ਜੀ ਨਹੀਂ, ਪੁੱਠੇ ਲਟਕਣ ਦੀ ਲੋੜ ਆ ਜੀ ਨਹੀਂ, ਬਾਲ ਬੱਚੇ ਪਾਲਦਿਆਂ ਹੀ ਗੱਲ ਬਣ ਜੂ। ਹਾਂਜੀ, ਜੇ ਗੁਰੂ ਮਗਰ ਲੱਗੇਗਾ, ਜੇ ਗੁਰੂ ਦੀ ਗੱਲ ਸੁਣੇਗਾ ਸਮਝੇਗਾ, ਵਰਨਾ ਨਹੀਂ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈ ਨੰਦਿਆਂ, ਖਾ ਬੰਦਿਆਂ ਵਿੱਚੇ ਹੋਵੇ ਮੁਕਤ। ਲਓ ਜੀ, ਐਦੋਂ ਸੌਖੀ ਮੁਕਤੀ ਹੈ ਜਿਹੜੀ ਕਿਤੋਂ ਨਹੀਂ ਪ੍ਰਾਪਤ ਹੋ ਸਕਦੀ, ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਝਾ ਦਿੱਤੀ ਕਿ ਹੱਸਦਿਆਂ ਖੇਲਦਿਆਂ ਹੀ ਤੂੰ ਮੁਕਤੀ ਤੱਕ ਪਹੁੰਚ ਸਕਦਾ। ਬਸ ਸ਼ਰਤ ਕੀ ਹੈ, ਸਵੇਰੇ ਤੇ ਸ਼ਾਮ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਿਆ ਕਰ, ਤੈਨੂੰ ਪਤਾ ਲੱਗ ਜਾਵੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਕੀ ਸਮਝਾਉਂਦੇ ਆ, ਕੀ ਮੇਰਾ ਧਰਮ ਆ, ਕੀ ਮੇਰੇ ਵੱਡ ਵਡੇਰੇ ਆ, ਕੀ ਮੇਰੇ ਫਰਜ਼ ਆ, ਤੈਨੂੰ ਸਾਰਾ ਕੁਝ ਪਤਾ ਲੱਗ ਜਾਵੇਗਾ ਭਾਈ। ਤੇ ਦੂਜੀ ਗੱਲ, ਸਿੱਖਾਂ ਦੇ ਵਿੱਚ ਪਦਵੀ ਸਿੱਖ ਦੀ ਬਹੁਤ ਵੱਡੀ ਹੈ ਭਾਈ। ਕਿਸੇ ਧਰਮ ਦੇ ਵਿੱਚ ਸਾਧੂ ਕਿਹਾ ਜਾਂਦਾ ਚੰਗੇ ਇਨਸਾਨ ਨੂੰ, ਕਿਸੇ ਧਰਮ ਦੇ ਵਿੱਚ ਸੰਤ ਕਿਹਾ ਜਾਂਦਾ, ਕਿਸੇ ਧਰਮ ਦੇ ਵਿੱਚ ਬ੍ਰਹਮ ਗਿਆਨੀ ਕਿਹਾ ਜਾਂਦਾ, ਪਰ ਸਿੱਖ ਕਿਹਾ ਜਾਂਦਾ ਕਿਹਨੂੰ, ਜਿਹੜਾ ਉਹ ਬਰਾਬਰ ਦੀ ਪਦਵੀ ਪ੍ਰਾਪਤ ਕਰ ਲਵੇ, ਜਿਹੜਾ ਉੱਚਾ ਹੋ ਜਾਵੇ ਤੇ ਉੱਚਾ ਹੋ ਕੇ ਵੀ ਮਾਣ ਨਾ ਕਰੇ, ਫਿਰ ਵੀ ਸਿੱਖਦਾ ਰਹੇ, ਫਿਰ ਵੀ ਕਹੇ ਜੇ ਮੈਨੂੰ ਛੋਟਿਆਂ ਤੋਂ ਵੀ ਸਿੱਖਣ ਨੂੰ ਮਿਲ ਜੂ ਤਾਂ ਮੈਂ ਸਿੱਖਾਂ। ਇਹ ਸਿੱਖ ਦੀ ਅਵਸਥਾ ਭਾਈ, ਸਾਨੂੰ ਸਿੱਖ ਬਣਾਇਆ। ਕਿਉਂਕਿ ਜਦੋਂ ਅਸੀਂ ਕਹਿ ਦਿੰਦੇ ਹਾਂ ਨਾ ਅਸੀਂ ਬਹੁਤ ਕੁਝ ਜਾਣਦੇ ਹਾਂ, ਉਦੋਂ ਕੁਝ ਵੀ ਨਹੀਂ ਜਾਣਦੇ ਹੁੰਦੇ। ਸਾਡੀ ਹੋਰ ਇੱਛਾ ਜਿਹੜੀ ਜਾਣਨ ਦੀ ਉਹ ਖਤਮ ਹੋ ਜਾਂਦੀ ਹੈ। ਤੇ ਜੇ ਅਸੀਂ ਸਿੱਖ ਦੀ ਅਵਸਥਾ 'ਚ ਰਹੀਏ ਤੇ ਫਿਰ ਅਸੀਂ ਸਾਰੀ ਉਮਰ ਹੀ ਸਿੱਖਦੇ ਰਹਾਂਗੇ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਉੱਥੇ ਵੀ ਸਿੱਖਾਂ ਦੀ ਗੱਲ ਕੀਤੀ ਹੈ ਭਾਈ, ਸਿੱਖਾਂ ਨੂੰ ਹੁਕਮ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨੋ ਭਾਈ। ਗੂ ਤੋਂ ਭਾਵ ਹੁੰਦਾ ਹਨੇਰਾ ਤੇ ਰੂ ਤੋਂ ਭਾਵ ਹੁੰਦਾ ਚਾਨਣ। ਤੇ ਗੁਰੂ ਕਰਦਾ ਕੀ ਹੈ, ਗੁਰੂ ਦੇ ਨਾਲ ਜੁੜਨ ਦਾ ਫਾਇਦਾ ਕੀ ਹੈ, ਗੁਰੂ ਨਾਲ ਜੁੜ ਕੇ ਪ੍ਰਾਪਤੀ ਕੀ ਹੁੰਦੀ ਹੈ, ਅੰਦਰਲੇ ਹਨੇਰੇ ਚੱਕੇ ਜਾਂਦੇ ਆ, ਅੰਦਰੋਂ ਜਿਹੜਾ ਸਾਰਾ ਕੁਝ ਦਿਸਣ ਲੱਗ ਜਾਂਦਾ। ਬਾਹਰਲੇ ਚਾਨਣ ਨਾਲ ਅੰਦਰਲੇ ਚਾਨਣ ਦਾ ਜਾਂ ਹਨੇਰੇ ਦਾ ਕੋਈ ਮਤਲਬ ਨਹੀਂ ਹੈ। ਮਹਾਰਾਜ ਦੀ ਬਾਣੀ ਫਰਮਾਨ ਕਰ ਰਹੀ ਹੈ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆ ਗੁਰ ਬਿਨ ਘੋਰ ਅੰਧਾਰ। ਬਾਹਰੋਂ ਭਾਈ ਜੇ 100 ਚੰਦ ਚੜ ਜਾਵੇ, ਹਜ਼ਾਰਾਂ ਸੂਰਜ ਚੜ ਜਾਣ, ਲਾਈਟਿੰਗ ਜਿੰਨੀ ਮਰਜ਼ੀ ਕਰ ਦੇਵੋ, ਜਿਹੜਾ ਮਨੁੱਖ ਦੇ ਅੰਦਰ ਹਨੇਰਾ ਹੈ ਉਹ ਗੁਰੂ ਦੇ ਗਿਆਨ ਤੋਂ ਬਿਨਾ, ਗੁਰਬਾਣੀ ਤੋਂ ਬਿਨਾ ਖਤਮ ਨਹੀਂ ਹੋਣਾ। ਇਸ ਕਰਕੇ ਭਾਈ ਸਿੱਖ ਨੂੰ ਗੁਰੂ ਦੇ ਨਾਲ, ਗੁਰਬਾਣੀ ਦੇ ਨਾਲ ਜੁੜਨਾ ਬਹੁਤ ਹੀ ਜ਼ਰੂਰੀ ਹੈ। ਗੁਰਬਾਣੀ ਹਰ ਇੱਕ ਸਿੱਖ ਦਾ ਸਿਲੇਬਸ ਮੰਨਿਆ ਜਾਂਦਾ ਹੈ, ਕਿਉਂਕਿ ਜੇ ਸਿਲੇਬਸ ਹੀ ਨਾ ਕੀਤਾ ਫਿਰ ਸਾਨੂੰ ਪੜ੍ਹਾਈ ਦਾ ਪਤਾ ਕਿਵੇਂ ਲੱਗੇਗਾ। ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਜਾਂ ਬਾਣੀ ਨੂੰ ਆਪ ਪੜ੍ਹੋ ਜਾਂ ਕਿਸੇ ਚੰਗੇ ਬੰਦੇ ਤੋਂ ਸੁਣੋ, ਸਮਝੋ, ਜਾਣੋ, ਤੇ ਫਿਰ ਇੱਕ ਸਿੱਖ ਦੀ ਅਵਸਥਾ ਦੇ ਵਿੱਚ ਪਹੁੰਚ ਜਾਵਾਂਗੇ। ਗੁਰੂ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਤੀਜੇ ਪਾਤਸ਼ਾਹ ਵੀ ਇਹ ਸਿੱਖ ਦੀ, ਅੱਜ ਆਪਾਂ ਸਾਰੇ ਸਮੇਂ ਦੇ ਵਿੱਚ ਪਹਿਲਾ ਦਿਨ ਆ, ਅੱਜ ਆਪਾਂ ਸਿਰਫ ਇਹੀ ਸਮਝਣਾ ਕਿ ਸਿੱਖ ਕੀ ਹੁੰਦਾ, ਸਿੱਖ ਕੌਣ ਹੁੰਦਾ, ਸਿੱਖ ਕਿਵੇਂ ਬਣਿਆ ਜਾਂਦਾ। ਹੁਣ ਬਾਕੀ ਗੱਲਾਂ ਤੋਂ ਸਾਨੂੰ ਹਟਾ ਦਿੱਤਾ, ਬਾਕੀ ਧਰਮਾਂ ਤੋਂ ਸਾਡਾ ਧਰਮ ਵੱਖਰਾ, ਇਸ ਕਰਕੇ ਰਲ ਗੱਡ ਜਿਹਾ ਨਹੀਂ ਕਰਨਾ ਵੀ ਅੱਧਾ ਕਾਪਾ ਬ੍ਰਾਹਮਣਾਂ ਦਾ ਮੰਨੀ ਜਾਈਏ
ਮੁਸਲਮਾਨਾਂ ਦਾ ਤਾਂ ਆਪਾਂ ਕੋਈ ਮੰਨਦੇ ਨਹੀਂ, ਪਰ ਬ੍ਰਾਹਮਣਾਂ ਦੇ ਤਾਂ ਬਹੁਤ ਮੰਨ ਰਹੇ ਆ, ਕਿਉਂਕਿ ਬਹੁਤ ਆਤ ਦੇ ਵਿੱਚ ਇਹ ਪੁਜਾਰੀਵਾਦ ਸਾਡੇ ਸਿੱਖ ਧਰਮ ਦੇ ਵਿੱਚ ਵੀ ਵੜ ਚੁੱਕਿਆ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਜਾਗਰੂਕ ਹੋਈਏ, ਗਿਆਨਵਾਨ ਹੋਈਏ। ਤੇ ਨਾਲ ਗੁਰਬਾਣੀ ਦੇ ਵਿੱਚ ਇਹ ਵੀ ਸਮਝਾਇਆ ਗਿਆ ਕਿ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ। ਜੇ ਹੁਣ ਆਪਾਂ ਮੰਨ ਲਓ ਮੈਂ ਆਪਣੇ ਸਰੀਰ ਦਾ ਆਪ ਮਾਲਕ ਹਾਂ, ਮੈਂ ਆਪ ਦੇਖਣਾ ਮੈਂ ਕੀ ਖਾਣਾ ਕੀ ਮੈਂ ਨਹੀਂ ਖਾਣਾ। ਉਸ ਤੋਂ ਬਾਅਦ ਘਰ, ਮੈਂ ਆਪਣੇ ਘਰ ਦਾ ਆਪ ਮਾਲਕ ਹਾਂ, ਮੈਨੂੰ ਪਤਾ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ। ਉਸ ਤੋਂ ਬਾਅਦ ਨਗਰ, ਆਪਣੇ ਨਗਰ ਦਾ ਮੈਂ ਖੁਦ ਮਾਲਕ ਹਾਂ, ਦੂਜੇ ਆ ਕੇ ਨਾ ਮੈਨੂੰ ਦੱਸਣ ਕਿ ਐਂ ਕਰ, ਉਹ ਕਰ, ਜੇ ਕਰ, ਵੋ ਕਰ। ਇਹ ਅਗਿਆਨਤਾ ਦੇ ਵਿੱਚ ਜਿਹੜੇ ਹੁੰਦੇ ਆ ਉਹਨਾਂ ਤੇ ਰਾਜ ਕੀਤਾ ਜਾਂਦਾ। ਜਿਹੜੇ ਗਿਆਨਵਾਨ ਲੋਕ ਹੋ ਜਾਂਦੇ ਆ, ਜਿਹੜੇ ਸਿੱਖ ਬਣ ਜਾਂਦੇ ਆ, ਉਹ ਕਿਸੇ ਦੇ ਪਿੱਛੇ ਨਹੀਂ ਲੱਗਦੇ, ਉਹ ਸਿਰਫ ਤੇ ਸਿਰਫ ਗੁਰੂ ਦੇ ਪਿੱਛੇ ਲੱਗਦੇ ਆ। ਉਹਨਾਂ ਦਾ ਸਮਾਂ ਜਿਹੜਾ ਕਰਮ ਕਾਂਡਾਂ ਤੋਂ, ਫਾਲਤੂ ਤੋਂ ਬਚ ਜਾਂਦਾ। ਪਹਿਲੀ ਗੱਲ ਤਾਂ ਸਮਾਂ ਹੀ ਸਾਨੂੰ ਧਰਮ ਵਾਸਤੇ ਬਹੁਤ ਘੱਟ ਕੱਢਦੇ ਆ ਅਸੀਂ। ਕੋਈ ਹੋਈ ਹੋਊ ਜਿਹੜਾ ਘੰਟਾ ਉਸ ਵੇਲੇ ਤੇ ਘੰਟਾ ਉਸ ਵੇਲੇ ਕੱਢਦਾ, ਤੇ ਮੰਨ ਲਓ ਜੇ ਕੱਢ ਵੀ ਲਿਆ ਉਹਦੇ ਵਿੱਚ ਪੜ੍ਹਦਾ ਕੀ ਆ, ਸੁਣਦਾ ਕੀ ਆ, ਵਿਚਾਰ ਕਿਹੋ ਜਿਹੇ ਆ, ਕਿਹੋ ਜਿਹਾ ਕੀ ਕਰਦਾ, ਉਹ ਗਾਂ ਅੱਗੇ ਦੀਆਂ ਗੱਲਾਂ। ਇਸ ਕਰਕੇ ਭਾਈ ਬਿਨ ਭਾਗਾਂ ਤੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਤੇ ਭਾਗ ਉਦੇ ਹੁੰਦੇ ਆ ਜਦੋਂ ਗੁਰੂ ਦੀ ਸ਼ਰਨ ਵਿੱਚ ਬੈਠ ਕੇ ਮਨੁੱਖ ਗੁਰਬਾਣੀ ਦੇ ਗਿਆਨ ਨੂੰ ਸਰਵਣ ਕਰਦਾ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਹੁਣ ਪੂਰੀ ਸੁਰਤ ਅਸੀਂ ਇੱਧਰਲੇ ਪਾਸੇ ਲਾਉਣੀ ਹੈ ਵੀ ਗੁਰੂ ਜੀ ਕੀ ਸਮਝਾ ਰਹੇ ਹਨ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਪਾਣੇ ਵਿੱਚ ਆਵੈ। ਉਹ ਸਿੱਖ ਆ ਭਾਈ, ਉਹਨੂੰ ਸਿੱਖ ਕਿਹਾ ਜਾਂਦਾ। ਅਸੀਂ ਸਾਰਿਆਂ ਨੂੰ ਸਿੱਖ ਕਹੀ ਜਾਂਦੇ ਆ। ਉਹ ਸਿੱਖ ਆ, ਸੋ ਇੱਕ ਸ਼ਰਤ ਆ, ਇੱਕ ਕੰਡੀਸ਼ਨ ਆ। ਸੋ ਸਿੱਖ ਸਖਾ ਬੰਦਪ ਹੈ ਭਾਈ। ਉਹ ਸਖਾ ਹੈ, ਉਹ ਬੰਦਪ ਹੈ, ਬੰਨਿਆ ਹੋਇਆ ਹੈ, ਗੁਰੂ ਦੇ ਨਾਲ ਜੁੜਿਆ ਹੋਇਆ ਹੈ। ਕੌਣ? ਜੋ ਕੱਪੜੇ ਪਾ ਲਵੇ ਵਧੀਆ ਵਧੀਆ, ਜੋ ਵੱਡੇ ਵੱਡੇ ਥਾਵਾਂ ਤੇ ਕਬਜ਼ੇ ਕਰਕੇ ਬੈਠ ਜਾਵੇ, ਜੋ ਪਖੰਡ ਕਰੇ? ਨਹੀਂ ਭਾਈ। ਫਿਰ ਜੀ ਕੌਣ? ਕੱਪੜੇ ਜਿਹੋ ਜਿਹੇ ਮਰਜ਼ੀ ਪਾਏ ਹੋਣ, ਮਹਾਰਾਜ ਸਮਝਾ ਰਹੇ ਹਨ ਜੋ ਗੁਰ ਕੇ ਭਾਣੇ ਵਿੱਚ ਆਵੇ। ਜੇ ਗੁਰੂ ਦੀ ਗੱਲ ਨੂੰ ਪੜ੍ਹੇ, ਸੁਣੇ, ਸਮਝੇ ਤੇ ਉਸੇ ਤਰ੍ਹਾਂ ਹੀ ਕਰੇ। ਹੁਣ ਕੀ ਸਮਝਣਾ, ਸਾਨੂੰ ਕੀ ਸਮਝਾਇਆ ਗਿਆ ਸੀ? ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਉੱਥੇ ਕੀ ਕਿਹਾ ਸੀ? ਤੂੰ ਸੁੱਚਾ ਨਹੀਂ ਹੋ ਸਕਦਾ ਭਾਈ। ਭਾਵੇਂ ਲੱਖਾਂ ਵਾਰ ਇਸ਼ਨਾਨ ਕਰ ਲਈ, ਜਿੱਥੇ ਮਰਜੀ ਤੀਰਥਾਂ ਤੇ ਤੁਰਿਆ ਫਿਰ। ਉਹ ਵੀ ਸਮਝਾਇਆ ਗਿਆ, ਤੀਰਥ ਨਹਾਵਣ ਜਾਊ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਆ ਸਿੱਖ ਦਾ ਤੀਰਥ ਆ ਭਾਈ। ਸਿੱਖਾ ਤੂੰ ਉਰੇ ਪਰੇ ਨਹੀਂ ਜਾਣਾ, ਕਿਤੇ ਨਹੀਂ ਤੁਰਿਆ ਫਿਰਨਾ, ਤੂੰ ਟਿਕ ਕੇ ਬਹਿਣਾ। ਤੇਰਾ ਸਫ਼ਰ ਆ ਜਿਹੜਾ ਅੰਦਰ ਦਾ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਲਾ ਬੀਠਲ ਗੋਡ ਰਹਿੰਦੇ ਕਿੱਥੇ ਆ? ਤੇਰੇ ਅੰਦਰ। ਸੋ ਇਸ ਕਰਕੇ ਤੂੰ ਬਾਹਰੋਂ ਤਾਂ ਭਟਕਣਾ ਤੋਂ ਰੁਕਣਾ, ਟਿਕ ਕੇ ਨਾਮ ਦੇ ਨਾਲ ਜੁੜ ਕੇ, ਗੁਰਬਾਣੀ ਦੇ ਨਾਲ ਜੁੜ ਕੇ ਆਪਣੇ ਅੰਦਰ ਨੂੰ ਜਾਣਾ। ਹੁਣ ਗੁਰੂ ਤਾਂ ਕਹਿ ਰਹੇ ਆ ਤੂੰ ਤੀਰਥਾਂ ਤੇ ਨਹੀਂ ਜਾਣਾ, ਤੂੰ ਬਾਹਰਲੇ ਇਸ਼ਨਾਨ ਨਹੀਂ ਕਰਨੇ, ਤੂੰ ਕਰਮ ਕਾਂਡ ਨਹੀਂ ਕਰਨੇ, ਤੂੰ ਗੁਰਬਾਣੀ ਲੜ ਲੱਗਣਾ। ਤੇ ਅਸੀਂ ਸਿੱਖ ਇਹ ਗੱਲ ਨੂੰ ਮੰਨ ਨਹੀਂ ਰਹੇ। ਜਦੋਂ ਮੰਨ ਜਾਾਂਗੇ ਉਦੋਂ ਤਰ ਜਾਾਂਗੇ ਭਾਈ। ਹਲੇ ਸਾਡਾ ਦਿਮਾਗ ਇੱਧਰਲੇ ਪਾਸੇ ਨਹੀਂ ਹੈ। ਹੌਲੀ ਹੌਲੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਪਹਿਲਾਂ ਗੁਰਬਾਣੀ ਦਾ ਪਤਾ ਲੱਗੇ ਵੀ ਸਿੱਖੀ ਹੁੰਦੀ ਕੀ ਹੈ, ਗੁਰਬਾਣੀ ਸਮਝਾ ਕੀ ਰਹੀ ਹੈ, ਤੇ ਫਿਰ ਅਸੀਂ ਭਾਣੇ ਦੇ ਵਿੱਚ ਆਵਾਂਗੇ। ਤੇ ਜਿਹੜਾ ਭਾਣੇ ਦੇ ਵਿੱਚ ਆ ਗਿਆ ਉਹਨੂੰ ਭਾਈ ਸਖਾ ਸਿੱਖ, ਗੁਰੂ ਦਾ ਪਿਆਰਾ ਸਿੱਖ ਕਿਹਾ ਜਾਂਦਾ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਲਓ ਭਾਈ, ਸਾਰੀ ਗੁਰਬਾਣੀ ਨੂੰ ਵਿਚਾਰ ਲਓ, ਸਮਝ ਲਓ,
ਇੱਕ ਓਂਕਾਰ ਤੋਂ ਲੈ ਕੇ 18 ਦਸਵੀਸ ਤੱਕ ਗੱਲਾਂ ਦੋ ਪਤਾ ਲੱਗਣਗੀਆਂ, ਇੱਕ ਮਨਮੁਖ ਤੇ ਇੱਕ ਗੁਰਸਿੱਖ ਗੁਰਮੁਖ। ਮਨਮੁਖ ਤੇ ਗੁਰਮੁਖ। ਮਨਮੁਖ ਵਾਲਾ ਪੱਖ ਆ, ਇੱਕ ਗੁਰਮੁਖ ਵਾਲਾ ਪੱਖ ਆ। ਇਹ ਦੋ ਹੀ ਪੱਖ ਸਾਡੇ ਸਭ ਦੇ ਅੰਦਰ ਵੀ ਹੈ। ਇੱਕ ਚੰਗਾ ਪੱਖ ਆ ਮਨੁੱਖ ਦੇ ਅੰਦਰ, ਇੱਕ ਬੁਰਾ ਪੱਖ ਆ। ਬੁਰਾ ਪੱਖ ਆ ਜਿਹੜਾ ਉਹ ਮਨਮੁਖ ਆ, ਚੰਗਾ ਪੱਖ ਆ ਜਿਹੜਾ ਉਹ ਗੁਰਮੁਖ ਆ। ਹੁਣ ਜਿਹੜਾ ਤਾਂ ਗੁਰੂ ਦੇ ਭਾਣੇ ਵਿੱਚ ਆ ਗਿਆ, ਗੁਰਬਾਣੀ ਨਾਲ ਜੁੜ ਗਿਆ, ਉਹਦੇ ਮੁਤਾਬਕ ਚੱਲ ਪਿਆ, ਆਪਣੇ ਆਪ ਤੇ ਕਾਰਜ ਕਰਨ ਲੱਗ ਗਿਆ, ਗੁਰੂ ਦੇ ਦੱਸੇ ਮੁਤਾਬਕ ਪਰਮਾਤਮਾ ਦੇ ਮਿਲਾਪ ਵੱਲ ਨੂੰ ਚੱਲ ਪਿਆ, ਉਹ ਤਾਂ ਭਾਈ ਚੰਗਾ ਸਿੱਖ ਆ, ਉਹਨੂੰ ਤਾਂ ਕਿਹਾ ਜਾਂਦਾ। ਪਰ ਦੂਜੇ ਪਾਸੇ ਜਿਹੜਾ ਆਪਣੇ ਭਾਣੇ ਚੱਲੇ, ਪਰ ਪੱਗ ਪੁੱਗ ਬਹੁਤ ਵਧੀਆ, ਚੋਲੇ ਚਾਲੇ ਬਹੁਤ ਪਾਏ ਹੋਣ, ਪਰ ਚੱਲੇ ਆਪਣੇ ਭਾਣੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਦੋ ਤਰ੍ਹਾਂ ਦੇ ਸਿੱਖ ਮਿਲਣਗੇ। ਹੋਰ ਨੇੜੇ ਕਰਦਿਆਂ ਗੱਲ, ਅੱਧੇ ਸਿੱਖ ਮਿਲਣਗੇ ਤੁਹਾਨੂੰ ਗੋਲਕ ਦੇ, ਮਾਇਆ ਦੇ, ਤੇ ਕੋਈ ਸਿੱਖ ਮਿਲੂਗਾ ਜਿਹੜਾ ਸੱਚਾ ਨਾਮ ਦਾ, ਤੇਰੇ ਨਾਮ ਦੇ ਵਪਾਰੀ ਸੱਚੇ ਪਾਤਸ਼ਾਹ, ਦੁਨੀਆ ਤੇ ਕੋਈ ਆ। ਉਹ ਕੋਈ ਮਿਲੂ ਭਾਈ, ਹੈਨ ਬਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ। ਤੇ ਇੱਥੇ ਵੀ ਇਹੀ ਸਮਝਾਇਆ ਭਾਈ, ਅਸੀਂ ਹੁਣ ਕਿਹਨਾਂ ਦੇ ਮਗਰ ਲੱਗਣਾ। ਇੱਥੇ ਮਨਮੁਖ ਦੀ ਅਵਸਥਾ ਵੀ ਸਮਝਾਤੀ ਤੇ ਗੁਰਮੁਖ ਦੀ ਵੀ। ਹੁਣ ਸਾਨੂੰ ਸਮਝਾਇਆ ਗਿਆ ਸੀ ਗੁਰਮੁਖਾਂ ਦੇ ਲੜ ਲੱਗਣਾ, ਮਨਮੁਖਾਂ ਵੱਲੋਂ ਪਾਸਾ ਵੱਟਣਾ ਭਾਈ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਤੇ ਦੂਜੇ ਪਾਸੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੈ। ਜੇ ਆਪਣੇ ਭਾਣੇ ਚੱਲੇਗਾ ਫਿਰ ਉਹਦਾ ਵਿਛੋੜਾ ਪਵੇਗਾ ਤੇ ਚੋਟਾਂ ਹੀ ਖਾਂਦਾ ਰਹੇਗਾ। ਹੁਣ ਆਪਾਂ ਦੇਖਣਾ ਵੀ ਕਿੱਧਰਲੇ ਪਾਸੇ ਆਪਾਂ ਚੋਟਾਂ ਖਾਣੀਆਂ ਕਿ ਆਨੰਦ ਲੈਣਾ। ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਪਛੋਤਾਵੈ। ਲਓ ਜੀ, ਗੁਰੂ ਬਾਬਾ ਜੀ ਤਾਂ ਸਮਝਾ ਰਹੇ ਆ ਭਾਈ ਸਿੱਖਾ, ਤੈਨੂੰ ਸੁੱਖ ਕਿਤੋਂ ਮਿਲ ਹੀ ਨਹੀਂ ਸਕਦਾ। ਬਿਨ ਸਤਿਗੁਰ ਤੋਂ ਖੜੀ ਗੱਡੀ ਨੂੰ ਰੇਸਾਂ ਦੇਣ ਵਾਲਾ ਕੰਮ ਆ ਭਾਈ। ਸਫ਼ਰ ਨਹੀਂ ਤੈਅ ਹੋਵੇਗਾ ਜਿੰਨਾ ਚਿਰ ਟਾਇਰ ਨਹੀਂ ਥੱਲੇ ਲੱਗਦੇ। ਤੇ ਕਰਮ ਕਾਂਡਾਂ ਦਾ ਸਵਾਦ ਜਿਹਾ ਬਹੁਤ ਆਉਂਦਾ, ਖੜੀ ਗੱਡੀ ਨੂੰ ਰੇਸਾਂ ਦੇਣ ਵਾਲਾ ਕੰਮ ਆ। ਬਈ ਬਹੁਤ ਵੱਡਾ ਮੈਂ ਧਰਮੀ ਬਣ ਗਿਆ, ਸਾਨੂੰ ਸਾਰਿਆਂ ਨੂੰ ਵਹਿਮ ਹੋ ਜਾਂਦਾ, ਮੈਂ ਵੀ ਵਿੱਚੇ ਹੀ ਆ, ਮਾਫ ਕਰਨਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਸਮਝਾ ਰਹੇ ਹਨ ਬਿਨ ਸਤਿਗੁਰ, ਕਿਉਂਕਿ ਕੜਾਕੇ ਵਾਲੀਆਂ ਗੱਲਾਂ, ਸਤਿਗੁਰ ਤੋਂ ਬਿਨਾ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮਹਾਰਾਜ ਤਾਂ ਇਹ ਸਮਝਾ ਰਹੇ ਆ। ਤੇ ਸਿੱਖ ਆਪਣੇ ਭਾਣੇ ਸੁੱਖ ਭਾਲਦਾ, ਬਈ ਮੈਂ ਐਂ ਕਰਦਿਆਂ ਐਂ ਸੁੱਖ ਮਿਲ ਜੂ, ਆਹ ਕਰਦਿਆਂ ਐਂ ਸੁੱਖ ਮਿਲ ਜੂ, ਇੰਨੇ ਕਰਮ ਕਾਂਡ ਕਰਦਿਆਂ ਐਂ ਸੁੱਖ ਮਿਲ ਜੂ, ਫਲਾਨੇ ਬਾਬੇ ਪੀਰ ਤੇ ਜਾਇਆ ਵਾਂ ਐਂ ਸੁੱਖ ਮਿਲ ਜੂ। ਤੇ ਜਿੱਥੋਂ ਸੁੱਖ ਮਿਲਣਾ ਉਧਰ ਨੂੰ ਸਿੱਖ ਚੱਲਦਾ ਨਹੀਂ। ਤੇ ਹੋ ਸਕਦਾ ਕਿਸੇ ਨੇ ਸਮਝਾਇਆ ਨਾ ਹੋਵੇ, ਹੋ ਸਕਦਾ ਭਾਈ ਸਮਝਿਆ ਨਾ ਹੋਵੇ ਸਮੇਂ ਦੀਆਂ ਗੱਲਾਂ। ਤੇ ਜੇ ਸਮਝ ਗਏ ਫਿਰ ਸਤਿਗੁਰੂ ਤੋਂ ਬਿਨਾਂ ਸੁੱਖ ਨਹੀਂ। ਬਿਨ ਸਤਿਗੁਰ ਸੁੱਖ ਕਦੇ ਨਾ ਪਾਵੈ ਭਾਈ, ਫਿਰ ਪਛੋਤਾਵੈ। ਉਹ ਮਨੁੱਖ ਪਛਤਾਉਂਦਾ ਹੀ ਰਹੇਗਾ, ਕਿਉਂਕਿ ਆਪਣੇ ਧਰਮ ਦੇ ਮੁਤਾਬਕ ਅਸੀਂ ਆਪਣੇ ਆਪ ਨੂੰ ਵਧੀਆ ਬਣਾ ਕੇ ਉੱਤੇ ਟੌਪ ਤੇ ਜਾਣਾ, ਤਹਾਂ ਜਾਣਾ। ਅਸੀਂ ਗੁਰਬਾਣੀ ਮੁਤਾਬਕ ਜਾਣਾ। ਗੁਰਬਾਣੀ ਤੋਂ ਬਿਨਾਂ ਅਸੀਂ ਕਾਸੇ ਜੋਗੇ ਨਹੀਂ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੇ ਸਿੱਖ ਬਾਣੀ ਤੋਂ ਬਿਨਾਂ ਤੜਫ ਕੇ ਮਰ ਜਾਂਦਾ ਹੈ। ਹਰ ਕੇ ਦਾਸ ਸੁਹੇਲੇ ਭਾਈ, ਜਿਹੜੇ ਹਰੀ ਦੇ ਦਾਸ ਬਣ ਜਾਂਦੇ ਹਨ। ਹੁਣ ਹਰੀ ਦੇ ਦਾਸ ਕੌਣ ਬਣਦੇ ਆ? ਧਿਆਨ ਰੱਖਿਓ, ਜਿਹੜੇ ਗੁਰੂ ਦੇ ਦਾਸ ਬਣਦੇ ਆ। ਕਿਉਂਕਿ ਸਾਨੂੰ ਕੀ ਸਮਝਾਇਆ, ਇਸ ਕਰਕੇ ਗੁਰਬਾਣੀ ਪੜ੍ਹਨੀ ਸੁਣਨੀ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ, ਬੱਚਿਆਂ ਵਾਸਤੇ ਬਹੁਤ ਹੀ ਜ਼ਰੂਰੀ ਹੈ। ਕਿਉਂਕਿ ਸਾਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੋਵੇ, ਸੁਹੇਲਾਪਣ ਪ੍ਰਾਪਤ ਹੋਵੇ। ਅਸੀਂ ਕਿਵੇਂ ਗੁਰੂ ਦੇ ਨਾਲ ਜੁੜ ਕੇ ਅਸੀਂ ਇਹ ਸੰਸਾਰ ਦੇ ਵਿੱਚ ਰਹਿੰਦਿਆਂ ਹੀ ਕਿਵੇਂ ਆਨੰਦ ਮਾਣ ਸਕਦੇ ਹਾਂ, ਬਹੁਤ ਵੱਡੇ ਨੁਕਤੇ ਗੁਰਬਾਣੀ ਦੇ ਵਿੱਚ ਸਮਝਾਏ ਗਏ ਆ ਭਾਈ। ਸਤਿਗੁਰੂ ਸੱਚੇ ਪਾਤਸ਼ਾਹ ਸਮਝਾ ਰਹੇ ਹਨ ਹਰ ਕੇ ਦਾਸ। ਹਰ ਕੇ ਦਾਸ ਕੌਣ ਆ? ਜੋ ਗੁਰੂ ਕੇ ਦਾਸ ਆ। ਕਿਉਂ ਭਲਾ? ਇਹ ਸਪਸ਼ਟ ਵੀ ਕਰ ਲਈਏ ਵੀ ਕਿਤੇ ਮੈਂ ਐਵੇਂ ਨਾ ਕਹੀ ਜਾਂਦਾ ਹੋਵਾਂ। ਗੁਰ ਪਰਮੇਸ਼ਰ ਏਕੋ ਜਾਣ, ਮਹਾਰਾਜ ਨੇ ਸਮਝਾਇਆ ਗੁਰੂ ਦਾ ਇਹ ਗਿਆਨ ਆ ਨਾ ਜਿਹੜਾ, ਇਹ ਪਰਮੇਸ਼ਰ ਹੀ ਆ। ਸਮਝ ਲਾ, ਇਹ ਗਿਆਨ ਪ੍ਰਾਪਤ ਕਰਕੇ ਤੇਰੇ ਅੰਦਰੋਂ ਹੀ ਪਰਮੇਸ਼ਰ ਨੇ ਪ੍ਰਗਟ ਹੋਣਾ ਹੈ, ਤੇਰੇ ਅੰਦਰ ਹੀ ਆ।
ਸਾਰਾ ਕੁਝ ਤੇਰੇ ਅੰਦਰ ਹੀ ਵਾਪਰਨਾ। ਮਨਮੁਖ ਤੋਂ ਗੁਰਮੁਖ ਬਣਨਾ ਤੂੰ। ਕਦੋਂ? ਜਦੋਂ ਗੁਰੂ ਦਾ ਦਾਸ ਬਣ ਗਿਆ, ਜਦੋਂ ਹਰੀ ਦਾ ਦਾਸ ਬਣ ਗਿਆ। ਜਨਮ ਜਨਮ ਕੇ ਕਿਲ ਬਿਖ ਦੁੱਖ ਕਾਟੇ, ਆਪੇ ਮੇਲ ਮਲਾਈ ਰਹਾਉ। ਲੈ ਭਾਈ, ਸੁਹੇਲਾ ਹੋ ਜਾਏਗਾ, ਸੌਖਾ ਹੋ ਜਾਏਗਾ, ਅੰਦਰੋਂ ਆਨੰਦ ਦੀ ਪ੍ਰਾਪਤੀ ਕਰ ਲੇਗਾ। ਤੇ ਜਨਮ ਜਨਮ ਕੇ ਕਿਲ ਬਿਖ ਦੁੱਖ ਕਾਟੇ। ਹੁਣ ਇਹ ਜਨਮਦੇ ਨਹੀਂ ਹੈ। ਕਈ ਵਾਰੀ ਆਪਾਂ ਇੱਥੇ ਫਸ ਜਾਂਦੇ ਹਾਂ ਵੀ ਮੈਂ ਤਾਂ ਜ਼ਿੰਦਗੀ 'ਚ ਕੋਈ ਬੁਰਾ ਕੰਮ ਕੀਤਾ ਹੀ ਨਹੀਂ। ਨਹੀਂ ਭਾਈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ ਖਨਲੀ ਧੋਤੀ ਉਜਲੀ ਨਾ ਹੋ ਬਈ, ਜੇ 100 ਧੋਵਣ ਪਾ। ਜਨਮ ਜਨਮ ਕੇ ਕਿਲ ਬਿਖ ਦੁੱਖ ਕਾਟੇ, ਆਪੇ ਮੇਲ ਮਲਾਈ ਰਹਾਓ। ਮਹਾਰਾਜ ਕਹਿੰਦੇ ਬਈ ਇੱਥੋਂ ਦੇ ਦੁੱਖ ਤਾਂ ਤੂੰ ਸਿੱਖਾ ਕਿਹੜੀਆਂ ਗੱਲਾਂ ਕਰਦਾ। ਤੇਰੇ ਤਾਂ ਜਨਮਾਂ ਜਨਮਾਂਤਰਾਂ ਦੇ ਦੁੱਖ ਕੱਟੇ ਜਾਣਗੇ। ਕਿੱਡੇ ਕਿੱਡੇ ਵੱਡੇ ਵੱਡੇ ਪਾਪ ਜਿਹੜੇ ਕਿਲ ਬਿਖ ਵੱਡਾ ਪਾਪ। ਜਾਂ ਇਹਨੂੰ ਸੰਧੀ ਛੇਦ ਕਰ ਲਈਏ ਨਾ, ਕਿਲ ਜਮਾ ਬਿਖ ਹੁੰਦਾ ਵਿਉ, ਵਿਉ ਵਾਲੀ ਕਿਲ ਲੱਗ ਜਾਣੀ। ਜਦੋਂ ਵਿਉ ਵਾਲੀ ਕਿੱਲ ਲੱਗ ਜਾਵੇ ਨਾ, ਫਿਰ ਅਸੀਂ ਭੱਜਦੇ ਹਾਂ ਦਬਾ ਦਬ ਟੈਟਨਸ ਦਾ ਟੀਕਾ ਲਵਾ ਲਈਏ ਕਿਤੇ ਜ਼ਹਿਰ ਨਾ ਚੜ੍ਹ ਜੇ। ਮਹਾਰਾਜ ਸਮਝਾ ਰਹੇ ਹਨ, ਤੇਰੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਦੀਆਂ ਇਹ ਮੇਖਾਂ ਵੱਜੀਆਂ ਹੋਈਆਂ ਲੱਗੀਆਂ ਹੋਈਆਂ, ਤੈਨੂੰ ਜ਼ਹਿਰ ਚੜਿਆ ਪਿਆ। ਤੂੰ ਕਿਉਂ ਨਹੀਂ ਆਪਣੇ ਗੁਰੂ ਤੋਂ ਟੈਟਨਸ ਦਾ ਗਿਆਨ ਦਾ ਟੀਕਾ ਲਵਾਉਂਦਾ? ਭਾਈ ਮੇਰੇ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮ ਕੀ ਫੰਦਾ। ਜਮਾਂ ਦੀਆਂ ਫਾਈਆਂ ਕੱਟਣ ਵਾਲੇ ਆ ਗੁਰੂ ਜੀ, ਸਾਰੇ ਤੇਰੇ ਦੁੱਖ ਦੂਰ ਹੋ ਜਾਣਗੇ। ਆਪੇ ਮੇਲ ਮਲਾਈ, ਬਸ ਤੂੰ ਗੁਰੂ ਦੇ ਮੁਤਾਬਕ ਤੁਰਿਆ ਚੱਲ, ਆਪੇ ਹੀ ਤੈਨੂੰ ਸਵਾਰ ਕੇ ਆਪਣੇ ਨਾਲ ਮਿਲਾ ਲੈਣਗੇ। ਰਹਾਉ। ਇਹ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੂਲਾ ਸੈ ਸਾਰਾ। ਇਹ ਕੁਟੰਬ ਹੁੰਦਾ ਰਿਸ਼ਤੇਦਾਰ ਮਿੱਤਰ। ਸਭ ਜੀ ਕੇ ਬੰਧਨ ਭਾਈ। ਹੁਣ ਮਹਾਰਾਜ ਸਮਝਾ ਰਹੇ ਹਨ, ਇਹ ਬਾਹਰਲੇ ਬੰਧਨਾਂ ਦੀ ਗੱਲ ਨਹੀਂ ਕਰ ਰਹੇ ਬਈ ਮਾਂ ਨਾਲ ਨਹੀਂ ਵਰਤਣਾ, ਜਾਂ ਪਿਓ ਨਾਲ ਨਹੀਂ ਵਰਤਣਾ, ਜਾਂ ਭੈਣ ਭਰਾ ਨਾਲ ਨਹੀਂ ਵਰਤਣਾ, ਜਾਂ ਆਂਢ ਗੁਆਂਢ ਨਾਲ ਨਹੀਂ ਵਰਤਣਾ, ਜਾਂ ਚਾਚੇ ਤਾਇਆਂ ਨਾਲ ਨਹੀਂ ਵਰਤਣਾ। ਸ਼ਾਇਦ ਇਸ ਪੰਕਤੀ ਦੇ ਉੱਪਰਲੇ ਅਰਥ ਸਮਝ ਕੇ ਲੋਕਾਂ ਨੇ ਘਰ-ਬਾਰ ਛੱਡ ਦਿੱਤੇ। ਦੂਜੇ ਨੰਬਰ ਤੇ ਧਰਮੀ ਜਿਹੜੇ ਮਾਇਆ ਕਮਾਉਣ ਵਾਸਤੇ ਘਰ-ਬਾਰ ਛੱਡ ਦਿੰਦੇ ਆ ਭਾਈ। ਪਰ ਮਹਾਰਾਜ ਇੱਥੇ ਸਮਝਾ ਰਹੇ ਹਨ, ਨਹੀਂ, ਘਰ-ਬਾਰ ਨਹੀਂ ਛੱਡਣਾ ਭਾਈ। ਤੂੰ ਮੇਰਾ ਪਿਤਾ, ਤੂੰ ਮੇਰੀ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਤਾਈ, ਤਾਂ ਪਉ ਕਿਹਾ ਕਾੜਾ ਜੀਓ। ਤੇਰੀ ਮਾਂ ਦੇ ਵਿੱਚ ਵੀ ਉਹ ਬੈਠਾ, ਤੇਰੇ ਪਿਓ ਦੇ ਵਿੱਚ ਵੀ ਬੈਠਾ, ਤੇਰੇ ਭੈਣ ਭਰਾਵਾਂ ਦੇ ਵਿੱਚ ਵੀ ਬੈਠਾ। ਤੂੰ ਵਧੀਆ ਰਿਸ਼ਤੇ ਨਿਭਾਉਣੇ ਆ, ਕਿਸੇ ਨਾਲ ਧੋਖਾ ਠੱਗੀ ਨਹੀਂ ਕਰਨਾ। ਸਗੋਂ ਉਲਟ ਇਹ ਸਮਝਾਇਆ ਗਿਆ। ਸੋ ਫਿਰ ਇਹ ਕੁਟੰਬ ਕਿਹੜਾ? ਇਹ ਜਿਹੜਾ ਇਹ ਬਾਣੀ ਸਮਝਾ ਰਹੀ ਆ, ਉਹ ਕੁਟੰਬ ਹੈਗਾ ਮਨ ਦੇ, ਜਿਹੜੇ ਮਨ ਨੂੰ ਬੰਧਨ ਪਏ ਹੋਏ ਆ। ਇਹ ਕੁਟੰਬ ਸਭ ਜੀ ਕੇ ਬੰਧਨ ਭਾਈ। ਜਦੋਂ ਗੁਰਬਾਣੀ ਸਮਝ ਲੱਗਣ ਲੱਗ ਗਈ ਨਾ ਗੁਰਮੁਖ ਪਿਆਰਿਓ, ਬਾਛਾਂ ਖਿਲ ਜਾਣਗੀਆਂ। ਮਹਾਰਾਜ ਨੇ ਇੰਨੇ ਵਧੀਆ ਢੰਗ ਨਾਲ ਗੁਰਬਾਣੀ ਨਾ ਰਚਨਾ ਕੀਤੀ ਆ ਕਿ ਬੰਦੇ ਨੂੰ ਮੱਲੋ ਮੱਲੀ ਸਮਝ ਲੱਗ ਜਾਂਦੀ ਹੈ। ਇੱਥੇ ਦੇਖੋ, ਇਹ ਕੁਟੰਬ ਸਭ ਜੀ ਕੇ ਬੰਧਨ ਭਾਈ, ਤਾਂ ਕਿ ਉਤਲੇ ਅਰਥ ਨਾ ਕਰ ਜਿਓ, ਕਿਤੇ ਉਤਲੇ ਕੁਟੰਬ ਨੂੰ ਮਾੜਾ ਨਾ ਕਹਿ ਦਿਓ। ਨਾ ਮਾਂ ਮਾੜੀ, ਨਾ ਪਿਓ ਮਾੜਾ, ਨਾ ਭੈਣ ਭਾਈ ਮਾੜੇ। ਪਰ ਕੁਟੰਬ ਕਿਹੜਾ ਮਾੜਾ? ਜਿਹੜੇ ਜੀ ਨੂੰ ਬੰਧਨ ਪਏ ਹੋਏ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਸਾੜਾ, ਇਹਦੇ ਵਿੱਚ ਅਸੀਂ ਫਸੇ ਹੋਏ ਆ ਭਾਈ। ਜੀ ਕੇ ਬੰਧਨ ਭਾਈ, ਭਰਮ ਭੂਲਾ ਸੈ ਸਾਰਾ। ਸੰਸਾਰ ਸਾਰਾ ਇਹਨਾਂ ਭਰਮਾਂ ਭੁਲੇਖਿਆਂ ਦੇ ਵਿੱਚ, ਵਹਿਮਾਂ ਭਰਮਾਂ ਦੇ ਵਿੱਚ ਫਸਿਆ ਪਿਆ ਹੈ। ਬਿਨ ਗੁਰ ਬੰਧਨ ਟੂਟੈ ਨਾਹੀ, ਗੁਰਮੁਖ ਮੋਖ ਦੁਆਰਾ। ਮਹਾਰਾਜ ਸੱਚੇ ਪਾਤਸ਼ਾਹ ਇਸ ਹਿਸਾਬ ਨਾਲ ਤਾਂ ਅਸੀਂ ਵੀ ਫਸੇ ਹੋਏ ਆ। ਫਿਰ ਜਿਹੜੇ ਹਿਸਾਬ ਨਾਲ ਵਿਚਾਰ ਚੱਲ ਰਹੀ ਆ ਮਹਾਰਾਜ, ਅਸੀਂ ਤਾਂ ਆਪ ਫਸੇ ਹੋਏ ਆ ਇਹਨਾਂ ਬੰਧਨਾਂ ਦੇ ਵਿੱਚ। ਹੁਣ ਇਹ ਕਿਵੇਂ ਟੁੱਟਣਗੇ? ਕਿਹੜੇ ਬਾਬਾ ਜੀ ਤੋੜਨਗੇ? ਕਿਹੜੇ ਸੰਤ ਮਹਾਤਮਾ ਸਾਧੂ ਤੋੜਨਗੇ? ਮਹਾਰਾਜ ਕਹਿੰਦੇ, ਗੁਰ ਕੁੰਜੀ ਪਾਹੂ ਨਿਬਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਤਾਕ ਨਾ ਉਗੜੈ,
ਅਬਰ ਨਾ ਕੁੰਜੀ ਹੱਥ। ਗੁਰੂ ਤੋਂ ਬਿਨਾਂ ਗੱਲ ਨਹੀਂ ਬਣਨੀ ਭਾਈ। ਇੱਥੇ ਵੀ ਸਮਝਾ ਰਹੇ ਹਨ, ਲੈ ਭਾਈ ਬੰਧਨ ਤੜਾਉਣੇ ਚਾਹੁੰਦਾ, ਹਾਂਜੀ ਬਾਬਾ ਜੀ ਮੇਰੇ ਵੀ ਬੰਧਨ ਤੋੜ ਦੋ, ਜਨਮਾਂ ਜਨਮਾਂਤਰਾਂ ਦੇ ਪਏ ਹੋਏ ਆ, ਮੈਂ ਤਾਂ ਕਦੇ ਉਹ ਬਣ ਗਿਆ ਕਦੇ ਉਹ ਬਣ ਗਿਆ, ਮੇਰੀ ਮੁਕਤੀ ਹੋਈ ਨਹੀਂ। ਮੇਰੀ ਆਤਮਾ ਪਰਮਾਤਮਾ ਦੇ ਵਿੱਚ ਮਿਲ ਜਾਵੇ, ਇਹ ਮੇਰਾ ਆਖਰੀ ਸਫ਼ਰ ਹੋਵੇ, ਮੈਂ ਇੱਥੇ ਰਹਿੰਦਾ ਹੀ ਆਨੰਦ ਪ੍ਰਾਪਤ ਕਰ ਲਾਂ, ਮੇਰੇ ਬੰਧਨ ਟੁੱਟ ਜਾਣ, ਮੈਨੂੰ ਇਹੋ ਜਿਹਾ ਕੋਈ ਨੁਕਤਾ ਦੱਸੋ। ਮਹਾਰਾਜ ਸੱਚੇ ਪਾਤਸ਼ਾਹ ਬਾਣੀ ਤੋਂ ਬਿਨਾਂ ਕੋਈ ਹੋਰ ਲੈ ਦੇ ਕੇ ਚੱਲ ਸਕਦਾ? ਥੋੜਾ ਬਹੁਤਾ ਕੰਮ ਇੱਧਰ ਉੱਧਰ, ਮਹਾਰਾਜ ਕਹਿੰਦੇ ਨਹੀਂ, ਭੁਲੇਖੇ 'ਚ ਨਾ ਰਹਿ ਜੀ ਸਿੱਖਾ। ਬਿਨ ਗੁਰ ਬੰਧਨ ਟੁੱਟੈ ਨਾਹੀ। ਬਿਨਾਂ ਗੁਰੂ ਤੋਂ, ਬਿਨਾਂ ਗੁਰੂ ਦੇ ਗਿਆਨ ਤੋਂ ਅੰਦਰਲੇ ਬੰਧਨ ਨਹੀਂ ਟੁੱਟਣੇ। ਗੁਰਮੁਖ ਮੋਖ ਦੁਆਰਾ। ਟੁੱਟਣਗੇ ਕਿਵੇਂ ਜੀ? ਗੁਰੂ ਦੀ ਸਿੱਖਿਆ ਲੈ ਕੇ। ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਬੜੇ ਬੜੇ ਸਿਆਣੇ ਬਾਹਰਲੀ ਦੁਨੀਆ ਦੇ ਬੜੇ ਤਾਰੂ ਇੱਧਰਲੇ ਪਾਸੇ ਡੁੱਬਦੇ ਦੇਖੇ ਆ। ਮਹਾਰਾਜ ਸਮਝਾ ਰਹੇ ਹਨ, ਦੁਨੀਆ ਦੇ ਬਹੁਤ ਤਾਰੂ ਆ, ਦੁਨੀਆ ਦੇ ਬਹੁਤ ਚੁਸਤ ਆ, ਪਰ ਇੱਕ ਵੀ ਇੱਧਰ ਚੁਸਤੀ ਚਲਾਕੀ ਇੱਧਰ ਨਹੀਂ ਚੱਲਦੀ, ਇੱਧਰਲੇ ਪਾਸੇ ਨਹੀਂ ਚੱਲਦੀ। ਇੱਧਰੋਂ ਗੁਰੂ ਦਾ ਗਿਆਨ ਲੈਣਾ ਪਵੇਗਾ, ਗੁਰੂ ਵੱਲ ਨੂੰ ਮੁੱਖ ਕਰਨਾ ਪਵੇਗਾ। ਗੁਰੂ ਵੱਲੋਂ ਪਾਸਾ ਵੱਟਿਆ ਹੋਇਆ ਤੇਰਾ ਮੇਰੇ ਮਨਾ, ਗੁਰਮੁਖ ਬਣ ਤੇ ਮੁਕਤੀ ਦਾ ਦੁਆਰ ਪ੍ਰਾਪਤ ਕਰ। ਕਰਮ ਕਰਹਿ ਗੁਰ ਸ਼ਬਦ ਨਾ ਪਛਾਣੈ, ਮਰ ਜਨਮੈ ਬਾਰੋ ਬਾਰਾ। ਮਹਾਰਾਜ ਮੈਂ ਤਾਂ ਬਹੁਤ ਕੁਝ ਕਰਦਾ, ਜਦੋਂ ਦਾ ਜੰਮਿਆ ਮੈਂ ਤਾਂ ਸਿੱਖਾਂ ਦੇ ਘਰੇ ਜੰਮਿਆ, ਮੈਂ ਤਾਂ ਪਤਾ ਨਹੀਂ ਕਿੰਨੇ ਮੱਥੇ ਟੇਕ ਲਏ, ਕਿੰਨਾ ਕੁਝ ਕਰ ਲਿਆ। ਮਹਾਰਾਜ ਸਾਰੀ ਉਮਰ ਲੰਘ ਗਈ, ਮੈਨੂੰ ਤਾਂ 50 ਸਾਲ ਹੋ ਗਏ ਆਹੀ ਕੰਮ ਕਰਦੇ ਨੂੰ, ਮੈਂ ਤਾਂ ਛੁੱਟ ਗਿਆ ਹੋਊਗਾ। ਮਹਾਰਾਜ ਕਹਿੰਦੇ ਜਿਹੜਾ ਗੁਰੂ ਦੱਸ ਰਹੇ ਆ ਉਹ ਨਹੀਂ ਕੀਤਾ, ਹੋਰ ਹੀ ਉਰਲੇ ਪਰਲੇ ਕਰਦਾ ਰਿਹਾ। ਮਹਾਰਾਜ ਕਿਵੇਂ? ਮੇਰੇ ਖਾਤੇ 'ਚ ਨਹੀਂ ਗਏ, ਉਹ ਅਜਾਈ ਚਲੇ ਗਏ। ਮਹਾਰਾਜ ਕਹਿੰਦੇ ਤੇਰੇ ਨਾਲ ਤਾਂ ਉਹ ਹੋਈ ਜਿਵੇਂ ਤੂੰ ਬੈਂਕ ਦੇ ਵਿੱਚ ਕਿਸ਼ਤਾਂ ਦਾ ਕੋਈ ਭਰਾਈ ਜਾਵੇ, ਪਰ ਉਹ ਅੱਗੇ ਕਲਰਕ ਆ ਜਿਹੜਾ ਉਹ ਕਿਸ਼ਤ ਨਾ ਭਰਾਵੇ ਤੇ ਆਪਦੇ ਕੋਲ ਹੀ ਮਾਇਆ ਸਾਰੀ ਰੱਖੀ ਜਾਵੇ, ਤੇ ਬੰਦਾ ਕਹੇ ਵੀ ਮੈਂ ਤਾਂ ਸਾਰੀਆਂ ਕਿਸ਼ਤਾਂ ਮੋੜਤੀਆਂ, ਤੇ ਜਦੋਂ ਜਾਵੇ ਬੈਂਕ 'ਚੋਂ ਸਾਰੀਆਂ ਹੀ ਖੜੀਆਂ ਹੋਣ। ਮਹਾਰਾਜ ਕਹਿੰਦੇ ਇਸ ਤਰ੍ਹਾਂ ਤਾਂ ਨਹੀਂ ਕਿਤੇ ਤੇਰੇ ਨਾਲ ਹੋਈ ਜਿਵੇਂ ਤੂੰ ਕਹਿਣਾ। ਮਹਾਰਾਜ ਕਿਵੇਂ? ਕਰਮ ਕਰਹਿ। ਕਰਮ ਤਾਂ ਤੂੰ ਬਹੁਤ ਕੀਤੇ ਹੋਣੇ ਆ, ਬੜੇ ਕੀਤੇ ਹੋਣੇ ਆ, ਬੜੇ ਲੋਕ ਦਿਖਾਵੇ ਵੀ ਕੀਤੇ ਹੋਣੇ ਆ, ਪਰ ਇੱਕ ਕੰਮ ਨਹੀਂ ਕੀਤਾ। ਮਹਾਰਾਜ ਉਹ ਕਿਹੜਾ? ਗੁਰ ਸ਼ਬਦ ਨਾ ਪਛਾਣੈ। ਹਾਂਜੀ ਇਹ ਨਹੀਂ ਹੋਇਆ, ਇਹ ਨਹੀਂ ਹੋਇਆ ਮਹਾਰਾਜ। ਬਾਹਰਲੇ ਮੈਂ ਬਹੁਤ ਕਰ ਰਿਹਾ, ਮਰ ਜਨਮੈ ਬਾਰੋ ਬਾਰਾ। ਲੈ ਫਿਰ ਜਨਮ ਮਰਨ ਨੂੰ ਤਿਆਰ ਰਹਿ, ਬਾਹਰਲੇ ਕੰਮਾਂ ਨਾਲ ਅੰਦਰੋਂ ਮੁਕਤ ਨਹੀਂ ਹੋ ਸਕਦਾ ਤੂੰ। ਹੋਰ ਤਾਂ ਕਰਮ ਕਾਂਡ ਬਹੁਤ ਕਰ ਲਏ, ਲੋਕ ਦਿਖਾਵੇ ਬਹੁਤ ਕਰ ਲਏ, ਪਰ ਆਪਣੇ ਅੰਦਰ ਨਹੀਂ ਗਿਆ, ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਿਆ। ਆਪਣੇ ਜਿਹੜਾ ਅੰਦਰਲਾ ਕਾਰਜ ਸੀ, ਜੋ ਆਪਣ ਹੱਥੀਂ ਆਪਣਾ ਆਪੇ ਕਾਜ ਸਵਾਰੀਐ, ਉਹ ਨਹੀਂ ਕੀਤਾ ਭਾਈ। ਇਸ ਕਰਕੇ ਜਨਮਹਿ ਬਾਰੋ ਬਾਰਾ। ਜਨਮ ਮਰਨ ਦੇ ਵਿੱਚ ਪਿਆਰ ਰਹਿੰਦਾ ਬੰਦਾ ਜੇ ਗੁਰੂ ਦੇ ਨਾਲ ਨਾ ਜੁੜੇ। ਹਉ ਮੇਰਾ ਜਗ ਪਲਚ ਰਹਿਆ ਭਾਈ, ਕੋਈ ਨਾ ਕਿਸ ਹੀ ਕੇਰਾ। ਗੁਰੂ ਨਾਲ ਜੁੜਨ ਤੋਂ ਬਿਨਾਂ ਹਉਮੈ ਆ ਜਾਂਦੀ ਹੈ ਮਨੁੱਖ ਦੇ ਅੰਦਰ। ਜਿਹੜਾ ਗੁਰਬਾਣੀ ਨਾਲ ਜੁੜ ਗਿਆ ਉਹਦੀ ਹਉਮੈ ਚਲੀ ਗਈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ। ਜਿੱਥੇ ਹਉਮੈ ਆ ਉੱਥੇ ਨਾਮ ਨਹੀਂ, ਜਿੱਥੇ ਨਾਮ ਆ ਉੱਥੇ ਹਉਮੈ ਨਹੀਂ। ਨਾਮ ਤੇ ਹਉਮੈ ਦਾ ਮਤਲਬ ਵੀ ਇਹ ਆ। ਹਉਮੈ ਨੂੰ ਜੇ ਸੌਖਾ ਕੁਛ ਸ਼ਬਦ ਮੇਰੇ ਵੀ ਆਪਦੇ ਵੀ ਬਣਾਏ ਆ ਭਾਈ, ਇਹ ਕਿਤਾਬਾਂ 'ਚ ਨਹੀਂ ਲੱਭਣੇ। ਜਿਵੇਂ ਹਉਮੈ ਦਾ ਅਰਥ ਹੈ ਸੌਖੇ ਤੋਂ ਸੌਖਾ, ਹਉ ਮੈਂ ਕਰੀ ਜਾਣੀ, ਤੇ ਨਾਮ ਦਾ ਮਤਲਬ ਆ ਨਾਮ ਹੈ, ਨਾਮ ਹੈ, ਮੈਂ ਤਾਂ ਹੈ ਹੀ ਨਹੀਂ, ਜੋ ਕੁਛ ਕਰ ਰਿਹਾ ਉਹੀ ਕਰ ਰਿਹਾ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਬਸ ਆਹ ਫਰਕ ਆ। ਹਉ ਮੇਰਾ ਜਗ ਪਲਚ ਰਹਿਆ ਭਾਈ। ਸਾਰਾ ਜਗ ਤਾਂ ਜਿਹੜਾ ਗੁਰੂ ਦੇ ਗਿਆਨ ਤੋਂ ਬਿਨਾਂ ਹਉਮੈ ਦੇ ਵਿੱਚ ਪਲਚ ਰਿਹਾ ਭਾਈ। ਕੋਈ ਨਾ ਕਿਸ ਹੀ ਕੇਰਾ,
ਕੋਈ ਕਿਸੇ ਜਿਹਾ ਨਹੀਂ, ਸਭ ਆਪੋ ਆਪਣਾ ਲੋਟ ਦੇਖਦੇ ਆ। ਕਹਿੰਦੇ ਮੈਂ ਸਿਆਣਾ, ਮੈਂ ਸਿਆਣਾ। ਸਿਆਣਾ ਕੌਣ ਆ? ਜਿਹੜਾ ਗੁਰੂ ਨਾਲ ਜੁੜ ਗਿਆ, ਗੁਰਬਾਣੀ ਨਾਲ ਜੁੜ ਗਿਆ। ਜਿੱਦੇ ਅਸੀਂ ਗੁਰਬਾਣੀ ਨਾਲ ਜੁੜ ਗਏ, ਸਾਰੇ ਸਿੱਖਾਂ ਦੇ ਵਿਚਾਰ ਇੱਕ ਹੋ ਜਾਣਗੇ। ਜਿੱਦੇ ਅਸੀਂ ਕੋਈ ਕਿਹਦੇ ਨਾਲ ਜੁੜਿਆ, ਕੋਈ ਕਿਹਦੇ ਨਾਲ, ਇਸੇ ਕਰਕੇ ਅਸੀਂ ਲੜੀ ਭਿੜੀ ਜਾਂਦੇ ਆ। ਉਹ ਕਹਿੰਦਾ ਮੇਰੇ ਵਾਲਾ ਬਾਬਾ ਐਂ ਕਹਿੰਦਾ, ਦੂਜਾ ਕਹਿੰਦਾ ਮੇਰੇ ਵਾਲਾ ਬਾਬਾ ਐਂ ਕਹਿੰਦਾ, ਸਿਰ ਅਸੀਂ ਪੜਾ ਲੈਂਦੇ ਆ। ਇਸ ਕਰਕੇ ਭਾਈ ਸਾਰਾ ਕੁਝ ਛੱਡ ਕੇ ਗੁਰੂ ਨਾਲ ਜੁੜੀਏ, ਗੁਰਬਾਣੀ ਨਾਲ ਜੁੜੀਏ, ਤੇ ਨਹੀਂ ਤਾਂ ਅੱਡੋ ਅੱਡੀ ਰਾਹ ਆਪੋ ਆਪਣੇ ਬਣਾਏ ਹੋਏ ਆ। ਭਾਈ ਗੁਰੂ ਦੇ ਦੱਸੇ ਰਾਹ ਤੇ ਚੱਲੀਏ। ਗੁਰਮੁਖ ਮਹਿਲ ਪਾਇਨ ਗੁਣ ਗਾਵਨ, ਨਿਜ ਕਰ ਹੋਏ ਬਸੇਰਾ। ਗੁਰਮੁਖ ਜਿਹੜੇ ਗੁਰੂ ਨਾਲ ਜੁੜ ਜਾਂਦੇ ਹਨ, ਜਿਹੜੇ ਗੁਰੂ ਵੱਲ ਨੂੰ ਮੁੱਖ ਕਰ ਲੈਂਦੇ ਹਨ, ਜਿਹੜੇ ਗੁਰੂ ਦੀ ਗੱਲ ਨੂੰ ਮੁੱਖ ਰੱਖਦੇ ਹਨ, ਗੁਰਮੁਖ ਮਹਿਲ ਪਾਇਨ, ਉਹ ਆਪਣੇ ਅੰਦਰ ਹਿਰਦੇ ਘਰ ਦੇ ਵਿੱਚ, ਸਾਡੇ ਹਿਰਦੇ 'ਚ ਇੱਕ ਇਹੋ ਜਿਹਾ ਥਾਂ ਆ ਜਿਹੜਾ ਗੁਪਤ ਆ। ਗੁਰਮੁਖ ਪਿਆਰਿਓ, ਉਸ ਖਾਨੇ ਦੇ ਵਿੱਚ ਰੱਬ ਜੀ ਬੈਠੇ ਆ, ਪਰਮਾਤਮਾ ਬੈਠੇ ਆ। ਉਹ ਮਹਿਲ ਆ, ਉਹਦੇ ਵਿੱਚੋਂ ਮਨ ਨਿਕਲਿਆ ਹੋਇਆ। ਗੁਰਬਾਣੀ ਨੇ ਉਹ ਟਿਕਾਣੇ ਤੇ ਕਰ ਦੇਣਾ, ਬਸ ਇੰਨਾ ਹੀ ਕੰਮ ਆ। ਹੈ ਔਖਾ ਬੁੱਲਿਆ ਰੱਬ ਦਾ ਕੀ ਪਾਉਣਾ, ਕਹਿੰਦਾ ਇੱਧਰੋਂ ਪੱਟਣਾ ਤੇ ਇੱਧਰ ਲਾਉਣਾ ਬੜਾ ਸੌਖਾ। ਪਰ ਕਹਿੰਦੇ ਗੱਲ ਧਿਆਨ ਨਾਲ ਸੁਣ ਲਿਓ ਭਾਈ, ਪੱਟਣਾ ਵੀ ਔਖਾ ਤੇ ਪੱਟ ਕੇ ਦੁਬਾਰੇ ਲਾਉਣਾ ਵੀ ਔਖਾ। ਮਨਮੁਖ ਵਾਲੇ ਪਾਸਿਓਂ ਮਨ ਪੱਟਣਾ ਵੀ ਔਖਾ ਤੇ ਗੁਰਮੁਖ ਵਾਲੇ ਪਾਸੇ ਲਾਉਣਾ ਵੀ ਔਖਾ। ਜੇ ਲੱਗ ਗਿਆ ਮਹਿਲ ਪਾ ਲਿਆ, ਅੰਦਰੋਂ ਸੁਖ ਦੀ ਪ੍ਰਾਪਤੀ ਹੋ ਗਈ। ਗੁਰਮੁਖ ਮਹਿਲ ਪਾਇਨ ਕਿਵੇਂ ਪਾਉਂਦੇ ਆ ਜੀ? ਗੁਰਮੁਖ ਗੁਣ ਗਾਵਨ, ਉਹ ਗੁਣ ਗਾਉਂਦੇ ਆ। ਹੁਣ ਗੁਣ ਗਾਉਣ ਦਾ ਧਿਆਨ ਨਾ ਰੱਖਿਓ ਬਈ ਕਈ ਵਾਰੀ ਸਾਰੀ ਉਮਰ ਹੀ ਬੰਦਾ ਪਾਠੀ ਗੁਣ ਗਾਉਂਦਾ ਰਹਿੰਦਾ, ਨਾਲੇ ਪੈਸੇ ਲੈਂਦਾ ਰਹਿੰਦਾ, ਕਹਿੰਦਾ ਗੱਲ ਜੀ ਤਾਂ ਬਣੀ ਨਹੀਂ। ਗੁਣ ਗਾਉਣ ਦਾ ਮਤਲਬ ਆ ਪ੍ਰਭਾਵਿਤ ਹੋ ਜਾਣਾ। ਜਿਵੇਂ ਆਪਾਂ ਕਹਿੰਦੇ ਆ, ਆਪਾਂ ਬੱਚੇ ਨੂੰ ਕੋਈ ਸਵਾਲ ਠੀਕ ਕਰਾਈਏ ਤਾਂ ਬੱਚਾ ਕਹਿੰਦਾ ਮੈਨੂੰ ਨਹੀਂ ਪਤਾ, ਮੇਰੇ ਟੀਚਰ ਨੇ, ਮੇਰੀ ਮੈਡਮ ਨੇ, ਮੇਰੇ ਸਰ ਨੇ ਐਂ ਕਰਾਇਆ। ਆਪਾਂ ਕੀ ਕਹਿੰਦੇ ਆ? ਇਹ ਤਾਂ ਆਪਦੇ ਟੀਚਰ ਦੇ ਹੀ ਗੁਣ ਗਾਉਂਦਾ ਬੱਚਾ ਜਾਂ ਗਾਉਂਦੀ ਆ। ਹੁਣ ਉਹ ਕੀ ਟੀਚਰ ਕਰਦਾ? ਕੀ ਉਹਦਾ ਨਾਂ ਲੈ ਕੇ ਜਪਦਾ ਉਹਨੂੰ? ਨਹੀਂ, ਉਹਦੇ ਗੁਣਾਂ ਤੋਂ ਪ੍ਰਭਾਵਿਤ ਹੋ ਗਿਆ। ਉਹਨੂੰ ਕਹਿੰਦੇ ਆ ਗੁਣ ਗਾਉਣੇ। ਅਸੀਂ ਗੁਰੂ ਦੇ ਗੁਣ ਉਦੋਂ ਗਾਵਾਂਗੇ ਜਾਂ ਉਦੋਂ ਸਾਡਾ ਮਨ ਗਾਉਂਦਾ ਜਦੋਂ ਗੁਰਬਾਣੀ ਤੋਂ ਪ੍ਰਭਾਵਿਤ ਹੋ ਗਏ। ਫਿਰ ਇਹ ਜਿਹੜਾ ਬਦਲਾਵ ਆਉਣਾ ਅੰਦਰ ਸ਼ੁਰੂ ਹੋ ਜਾਵੇਗਾ। ਨਿਜ ਘਰ ਹੋਏ ਬਸੇਰਾ, ਤੇ ਆਪਣੇ ਹਿਰਦੇ ਘਰ ਵਿੱਚ ਤੇਰਾ ਬਸੇਬਾ ਹੋ ਜਾਵੇਗਾ। ਇੱਥੇ ਬੂਝੈ ਸੋ ਆਪ ਪਛਾਣੈ, ਹਰ ਪ੍ਰਭ ਹੈ ਤਿਸ ਕੇਰਾ। ਇੱਥੇ ਬੂਝੈ, ਉਹ ਗਾਹਾਂ ਵਾਲੀਆਂ ਗੱਲਾਂ ਭਾਈ ਸਾਰੀਆਂ ਗਲਤ ਆ, ਸਾਰੀਆਂ ਝੂਠ ਆ। ਕਿਸੇ ਨੇ ਨਹੀਂ ਦੇਖਿਆ ਗਾਹਾਂ ਕੀ ਹੈ ਤੇ ਕੀ ਨਹੀਂ ਹੈ। 2 ਘੜੀਆਂ ਆਪਾਂ ਦੁਕਾਨ ਤੋਂ ਕੋਈ ਚੀਜ਼ ਲੈਣ ਜਾਈਏ, ਜੇ ਉਹ ਕਹੇ ਵੀ ਪੈਸੇ ਇੱਥੇ ਜਮ੍ਹਾਂ ਕਰਾ ਜਾਓ ਤੇ ਕੱਪੜਾ ਤੁਹਾਨੂੰ ਅਗਲੇ ਜਨਮ 'ਚ ਦੇਵਾਂਗੇ, ਆਪਾਂ ਮੰਨ ਜਾਾਂਗੇ? ਨਹੀਂ। ਹੋਰ ਸੌਦਾ ਲੈਣ ਜਾਈਏ? ਨਹੀਂ। ਪਰ ਇੱਧਰਲੇ ਪਾਸੇ ਧਰਮ 'ਚ ਅਸੀਂ ਕਹਿੰਦੇ ਆ ਤੇਰਾ ਕੀਤਾ ਹੋਇਆ ਅਗਲੇ ਜਨਮ 'ਚ ਮਿਲੂ, ਜਿਹੜਾ ਬਿਲਕੁਲ ਕੋਰਾ ਝੂਠ ਆ। ਗੁਰਮਤ ਮੁਤਾਬਕ ਇੱਥੇ ਹੀ ਮਿਲਦਾ, ਹੁਣੇ ਹੀ ਮਿਲਦਾ, ਹੁਣੇ ਹੀ ਸਵਰਨਾ ਸ਼ੁਰੂ ਹੋ ਜਾਣਾ। ਇੱਥੇ ਬੁੱਝੈ, ਕਿਉਂਕਿ ਗੱਲ ਕੀ ਹੈ? ਗੱਲ ਅਸਲ ਜਿਹੜੀ ਜਿੰਨਾ ਚਿਰ ਅਸੀਂ ਸਮਝਦੇ ਨਹੀਂ ਵੀ ਅਸਲ ਗੱਲ ਕੀ ਹੈ, ਅਸਲ ਆ ਸਾਡੀ ਆਤਮਾ ਤੇ ਪ੍ਰਮਾਤਮਾ ਦਾ ਵਿਛੋੜਾ, ਤੇ ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਹੋਣਾ ਇੱਥੇ ਹੀ। ਕਿਉਂਕਿ ਰੱਬ ਕਿੱਥੇ ਆ? ਇੱਥੇ ਹੀ ਆ। ਹੁਣ ਜੇ ਤਾਂ ਰੱਬ ਇੱਥੇ ਐਬਸੈਂਟ ਹੋਵੇ ਫਿਰ ਤਾਂ ਆਪਾਂ ਕਹਿ ਦਈਏ ਵੀ ਜਿਹੜੀ ਚੀਜ਼ ਇੱਥੇ ਨਹੀਂ ਮਿਲਦੀ ਉਹ ਗਾਂਹ ਮਿਲੂਗੀ, ਭਾਈ ਇੱਥੇ ਨਹੀਂ ਮਿਲਦੀ। ਹੁਣ ਰੱਬ ਤਾਂ ਇੱਥੇ ਕਣ ਕਣ ਦੇ ਵਿੱਚ ਮੌਜੂਦ ਆ, ਫਿਰ ਮਿਲਣਾ ਕਿੱਥੇ ਆ ਰੱਬ ਨੂੰ? ਇੱਥੇ ਹੀ ਮਿਲਣਾ ਭਾਈ। ਇੱਥੇ ਬੁੱਝੈ, ਇੱਥੇ ਹੀ ਬੁੱਝਣਾ ਆਪਣੇ ਆਪ ਨੂੰ। ਸੋ ਆਪ ਪਛਾਣੈ, ਬਸ ਆਪਣੇ ਆਪ ਦੀ ਪਛਾਣ ਕਰਨੀ ਆ। ਹਰ ਪ੍ਰਭ ਹੈ ਤਿਸ ਕੇਰਾ, ਫਿਰ ਅੰਦਰੋਂ ਪਤਾ ਲੱਗੇਗਾ ਕਿ ਪ੍ਰਭੂ ਪਰਮਾਤਮਾ ਕਿਹੋ ਜਿਹੇ ਆ। ਰੱਬ ਵਰਗਾ ਮੰਨਣਾ ਤਾਂ ਆਪਣੇ ਅੰਦਰ ਜਾਣਾ ਪਊ, ਉਹ ਗੁਣਾਂ ਨੂੰ ਧਾਰਨ ਕਰਨਾ ਪਊਗਾ। ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾ ਕਿਆ ਪਾਈਐ। ਮਹਾਰਾਜ ਸੱਚੇ ਪਾਤਸ਼ਾਹ, ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਤੇ ਕਿਰਪਾ ਕਰ ਦਿੰਦੇ ਆ। ਹਾਂ ਭਾਈ, ਸਤਿਗੁਰੂ ਦਾ ਸੁਭਾਅ ਦਿਆਲੂ ਤੇ ਕਿਰਪਾਲੂ ਆ, ਪਰ ਜਿਹੜੇ ਆਕੜ ਕੇ ਰਹਿਣ ਉਹਨਾਂ ਤੇ ਕਿਰਪਾ ਨਹੀਂ ਹੁੰਦੀ ਕਦੇ ਵੀ। ਜਿਹੜੇ ਨੀਵੇਂ ਹੋ ਕੇ ਢਹਿ ਪਏ, ਡਿੱਗ ਪਏ, ਉਹ ਦਿਆਲਤਾ ਦੇ ਪਾਤਰ ਬਣ ਜਾਂਦੇ ਆ। ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ। ਭਾਗ ਉਦੇ ਜਿੰਨਾ ਚਿਰ ਅਸੀਂ ਕਰਦੇ ਨਹੀਂ, ਜਿੰਨਾ ਚਿਰ ਭਾਗ ਵੀ ਕਿਵੇਂ ਆ?
ਭਾਗ ਵੀ ਆਪਾਂ ਕਹਿੰਦੇ ਆ ਵੀ ਕਿਸਮਤ ਖਾਨੀ ਕੋਈ ਹੋਰ ਲਿਖਦਾ, ਨਹੀਂ, ਗੁਰਬਾਣੀ ਨੂੰ ਸਮਝੀਏ ਤਾਂ ਪਤਾ ਲੱਗੇਗਾ। ਕਰਨੀ ਕਾਗਦ ਮਨ ਮਸਬਾਣੀ, ਬੁਰਾ ਭਲਾ ਦੋਏ ਲੇਖ ਪਏ। ਇਹ ਆਪ ਹੀ ਲਿਖਦਾ, ਮਨ ਲਿਖਦਾ ਭਾਈ। ਚੰਗੇ ਭਾਗ ਬਣਾਉਣੇ ਆ, ਭਾਗ ਉਦੇ ਕਰਨੇ ਆ ਤਾਂ ਗੁਰਬਾਣੀ ਨਾਲ ਜੁੜ ਜਾਈਏ, ਮਨਮੁਖਤਾ ਵਾਲਾ ਪੱਖ ਛੱਡ ਦਈਏ, ਬੁਰਾਈਆਂ ਨੂੰ ਛੱਡ ਦਈਏ, ਚੰਗਿਆਈਆਂ ਨੂੰ ਗ੍ਰਹਿਣ ਕਰਨ ਲੱਗ ਜਾਈਏ, ਔਗਣਾਂ ਨੂੰ ਛੱਡੀ ਜਾਈਏ, ਗੁਣਾਂ ਨੂੰ ਪ੍ਰਾਪਤ ਕਰ ਲਈਏ ਤਾਂ ਭਾਗ ਉਦੇ ਹੋ ਜਾਣਗੇ ਭਾਈ। ਬਿਨਾਂ ਭਾਗਾਂ ਤੋਂ, ਬਿਨਾਂ ਮਿਹਨਤ ਤੋਂ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ। ਦੇਖੋ ਬੱਚੇ ਪੜ੍ਹਦੇ ਆ, ਦਿਨ ਰਾਤ ਪੜ੍ਹਦੇ ਆ, ਆਈਲੈਟਸ ਕਰਦੇ ਆ, ਕਿੰਨੀ ਪੜ੍ਹਾਈ ਕਰਦੇ ਆ। ਹੋਰ ਆਪਾਂ ਬੱਚਾ ਪੜ੍ਹਾਉਂਦੇ ਆ, ਕਿੰਨੀਆਂ ਸਹੂਲਤਾਂ, ਗੱਡੀ ਦੇਖਦੇ ਆ, ਸਕੂਲ ਵਧੀਆ ਦੇਖਦੇ ਆ, ਪਰ ਮਨ ਰੂਪੀ ਬੱਚੇ ਨੂੰ ਪੜ੍ਹਾਉਣ ਦੇ ਵਾਸਤੇ ਅਸੀਂ ਕੋਈ ਐਫਰਟ ਨਹੀਂ ਕਰ ਰਹੇ, ਕੋਈ ਕੁਝ ਨਹੀਂ ਕਰ ਰਹੇ। ਇੱਧਰ ਭਾਗ ਬੱਚਿਆਂ ਦੇ ਉਦੇ ਹੋ ਜਾਣਗੇ ਜੇ ਗੁਰਬਾਣੀ ਨਾਲ ਜੁੜ ਜਾਣ, ਜੇ ਗੁਰੂ ਨਾਲ ਜੁੜ ਜਾਣ। ਏਕ ਨਦਰ ਕਰ ਵੇਖੈ ਸਭ ਉਪਰ, ਜੇਹਾ ਭਾਉ ਤੇਹਾ ਫਲ ਪਾਈਐ। ਏਕ ਨਦਰ ਕਰ ਵੇਖੈ ਸਭ ਉੱਪਰ। ਸਤਿਗੁਰੂ ਤੇ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਸਭ ਤੇ ਇੱਕੋ ਹੀ ਹੈ ਭਾਈ। ਉਹ ਕਿਸੇ ਨੂੰ ਵੱਧ ਨਹੀਂ ਤੇ ਕਿਸੇ ਨੂੰ ਘੱਟ ਨਹੀਂ। ਇਹ ਆਪਣੇ ਆਪਣੀ ਗੱਲ ਆ ਕਿ ਮੈਂ ਪਾਤਰ ਕਿੰਨਾ, ਮੈਂ ਕਿੰਨੇ ਜੋਗਾ, ਕਿੰਨਾ ਪ੍ਰਾਪਤ ਕਰ ਸਕਦਾ, ਕਿੰਨਾ ਭਾਂਡਾ, ਕਿੰਨੀ ਮੈਂ ਉਹਦੀ ਨਜ਼ਰ ਮਿਹਰ ਪ੍ਰਾਪਤ ਕਰ ਸਕਦਾ। ਕਿਉਂਕਿ ਮੈਂ ਸਾਹਮਣੇ ਹੋਊਂਗਾ ਤਾਂ ਹੀ ਨਜ਼ਰ ਆ। ਹੁਣ ਲੱਗੀ ਹੋਈ ਆ, ਲਾਈਟ ਲੱਗੀ ਆ, ਜੇ ਮੈਂ ਲਾਈਟ ਤੋਂ ਪਾਸੇ ਬਹਿ ਜਾ ਨਹੀਂ ਕੈਮਰੇ ਦੇ ਵਿੱਚ ਆ ਸਕਦਾ। ਜੇ ਹੁਣ ਸਾਹਮਣੇ ਬੈਠੂੰਗਾ ਬਿਲਕੁਲ ਤਾਂ ਕੈਮਰੇ ਦੇ ਵਿੱਚ ਆਊਂਗਾ। ਇਸੇ ਤਰ੍ਹਾਂ ਗੁਰੂ ਦੇ, ਪ੍ਰਮਾਤਮਾ ਦੇ ਸਨਮੁਖ ਹੋਵਾਂਗੇ ਅਸੀਂ, ਜਿਹੜਾ ਹੈ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾਾਂਗੇ। ਉਹਦੀ ਨਜ਼ਰ ਸਵੱਲੀ ਸਭ ਦੇ ਉੱਪਰ ਪੈ ਰਹੀ ਹੈ ਭਾਈ, ਸਭ ਉੱਪਰ। ਜੇਹਾ ਭਾਉ ਤੇਹਾ ਫਲ ਪਾਈਐ। ਭਾਉ ਦਾ ਅਰਥ ਹੈ ਪ੍ਰੇਮ। ਜਿਹੋ ਜਿਹਾ ਭਾਈ ਤੇਰਾ ਪ੍ਰੇਮ, ਉਹੋ ਜਿਹਾ ਫਲ ਪ੍ਰਾਪਤ ਕਰ ਲਏਗਾ। ਹੁਣ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਾਜ਼ਰ ਤੇ ਨਾਜ਼ਰ ਆ। ਹੁਣ ਕੋਈ ਇਹ ਤੋਂ ਮਾਇਆ ਮੰਗ ਲੈਂਦਾ, ਮਾਇਆ ਦੀ ਪ੍ਰਾਪਤੀ ਹੋ ਜਾਂਦੀ ਹੈ। ਕੋਈ ਔਲਾਦ ਮੰਗ ਲੈਂਦਾ, ਔਲਾਦ ਦੀ ਪ੍ਰਾਪਤੀ ਹੋ ਜਾਂਦੀ ਹੈ। ਕੋਈ ਨੌਕਰੀ ਪੇਸ਼ਾ ਮੰਗ ਲੈਂਦਾ, ਪਰ ਕੋਈ ਆ ਜਿਹੜਾ ਕਹਿੰਦਾ ਮੈਨੂੰ ਆਪਣੇ ਨਾਲ ਮਿਲਾ ਲਓ ਜੀ, ਮੈਨੂੰ ਨਾਮ ਦਾ ਕਿਣਕਾ ਦੇ ਦਿਓ ਜੀ, ਮੈਨੂੰ ਮੁਕਤ ਕਰ ਦਿਓ ਜੀ। ਉਹ ਕੌਣ ਕਹਿੰਦਾ? ਜਿਹਨੇ ਗੁਰਬਾਣੀ ਪੜ੍ਹੀ ਸੁਣੀ ਤੇ ਸਮਝੀ ਹੋਵੇ ਵੱਧ ਤੋਂ ਵੱਧ, ਜਿਹਨੂੰ ਮੰਗਣਾ ਆ ਜਾਵੇ। ਨਹੀਂ ਤਾਂ ਦੁਨੀਆਦਾਰੀ ਦੀਆਂ ਚੀਜ਼ਾਂ ਮੰਗਦੇ ਆ, ਤਿੰਨਾਂ ਗੁਣਾਂ ਦੀਆਂ ਹੀ ਮੰਗਦੇ ਆ। ਚੌਥੇ ਪਦ ਦਾ ਵਾਸਾ ਮੰਗੀਏ। ਨਾਨਕ ਨਾਮ ਵਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਮੰਗਣਾ ਕੀ ਚਾਹੀਦਾ? ਨਾਮ। ਸਤਿਗੁਰ ਨਾਨਕ ਨਾਮ ਵਸੈ ਮਨ ਅੰਤਰ। ਗੁਰੂ ਬਾਬਾ ਜੀ ਤੀਜੇ ਨਾਨਕ ਜੀ ਸਮਝਾ ਰਹੇ ਹਨ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ। ਨਾਮ ਮਨ ਦੇ ਵਿੱਚ ਵਸ ਜਾਂਦਾ ਹੈ। ਕਿਵੇਂ? ਵਿੱਚੋਂ ਆਪ ਗਵਾਈਐ। ਵਿੱਚੋਂ ਆਪਣੇ ਆਪ ਨੂੰ ਖਤਮ ਕਰ ਦੇ, ਭਾਵ ਕਿ ਆਪਣੀ ਹਉਮੈ ਨੂੰ ਖਤਮ ਕਰ ਦੇ, ਤਾਂ ਨਾਮ ਤੇਰੇ ਅੰਦਰ ਵਸ ਜਾਵੇਗਾ। ਹਉਮੈ ਆ ਤਾਂ ਨਾਮ ਨਹੀਂ, ਨਾਮ ਆ ਗਿਆ ਤਾਂ ਹਉਮੈ ਚਲੀ ਜਾਏਗੀ। ਹਉਮੈ ਕਿਵੇਂ ਨਿਕਲੇਗੀ? ਹਉਮੈ ਦੀਰਘ ਰੋਗ ਹੈ, दारू भी इस माहे, ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ। ਸ਼ਬਦ ਦੀ ਕਮਾਈ ਕਰ, ਸ਼ਬਦ ਦੇ ਨਾਲ ਜੁੜ। ਤੈਨੂੰ ਦੁਨੀਆਦਾਰੀ ਦਾ ਪਤਾ ਲੱਗੇਗਾ, ਤੈਨੂੰ ਪਤਾ ਲੱਗੇਗਾ ਮੈਂ ਕੌਣ ਆ, ਕਿੱਥੋਂ ਆਇਆ, ਕੀ ਕਰਨ ਆਇਆ ਤੇ ਕਿੱਥੇ ਜਾਣਾ। ਬਈ ਇਹ ਦੁਨੀਆ ਕਿੱਡੀ ਵੱਡੀ ਆ, ਕਿੰਨੇ ਖੰਡ, ਕਿੰਨੇ ਬ੍ਰਹਿਮੰਡ ਆ, ਮੇਰੀ ਔਕਾਤ, ਮੇਰੀ ਪਾਇਆ ਕੀ ਹੈ। ਜਾਂ ਰਹਿਣਾ ਨਾਹੀਂ ਐਤ ਜੱਗ, ਤਾਂ ਕਾਹੇ ਗਰਭ ਹੰਡਿਐ। ਫਿਰ ਤੇਰਾ ਹਉਮੈ ਹੰਕਾਰ ਨਿਕਲ ਜਾਏਗਾ, ਤੇ ਜਦੋਂ ਹਉਮੈ ਨਿਕਲ ਗਈ ਉਦੋਂ ਨਾਮ ਦੀ ਪ੍ਰਾਪਤੀ ਹੋ ਜਾਵੇਗੀ। ਨਾਮ ਦੀ ਪ੍ਰਾਪਤੀ ਤੋਂ ਬਾਅਦ ਆਨੰਦ ਦੀ ਜ਼ਿੰਦਗੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹੀ ਸਮਝਾਇਆ ਕਿ ਆਪਣੀ ਹਉਮੈ ਦੇ ਕਾਰਨ ਮਨੁੱਖ ਮਰਦਾ। ਹਉਮੈ ਨਿਕਲਦੀ ਆ ਕੇਵਲ ਤੇ ਕੇਵਲ ਸ਼ਬਦ ਨਾਲ ਜੁੜਨ ਦੇ ਨਾਲ। ਸੋ ਆਓ ਆਖਰੀ ਪੰਕਤੀਆਂ ਇੱਕ ਵਾਰੀ ਫੇਰ ਸਰਵਣ ਕਰੀਏ ਜੀ। ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉਪਰ, ਜੇਹਾ ਭਾਉ ਤੇਹਾ ਫਲ ਪਾਈਐ।
ਨਾਨਕ ਨਾਮ ਬਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਨਾਨਕ ਨਾਮ ਬਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਭੁੱਲ ਚੁੱਕ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।